ਸਤਿਕਾਰਯੋਗ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਜੈ ਲੱਖ ਦਾਤਾ ਪੀਰ ਦੀ, ਮੌਜ ਫਕੀਰ ਦੀ। ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਿਹਾ ਕਰੋ, ਕਿਉਂਕਿ ਤੁਹਾਡੇ ਦੁੱਖਾਂ ਦੀ ਦਵਾਈ ਸਿਮਰਨ ਹੈ। ਤੁਹਾਡੇ ਹਰ ਸਵਾਲ ਦਾ ਜਵਾਬ ਸਿਮਰਨ ਵਿੱਚ ਹੈ। ਇਸ ਲਈ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਿਹਾ ਕਰੋ। ਭਗਤੀ ਵਿੱਚ ਬੰਦਗੀ ਦੇ ਵਿੱਚ ਪਾਸ ਹੋਣ ਦੇ ਲਈ, ਸਫਲ ਹੋਣ ਦੇ ਲਈ ਤਿੰਨ ਚੀਜ਼ਾਂ ਦਾ ਧਿਆਨ ਰੱਖੋ। ਜੇ ਤੁਸੀਂ ਭਗਤੀ ਦੇ ਵਿੱਚ ਸਫਲ ਹੋਣਾ ਚਾਹੁੰਦੇ ਹੋ, ਬੰਦਗੀ ਦੇ ਵਿੱਚ ਪਾਸ ਹੋਣਾ ਚਾਹੁੰਦੇ ਹੋ, ਤਾਂ ਤਿੰਨ ਚੀਜ਼ਾਂ ਤੁਸੀਂ ਹਮੇਸ਼ਾ ਯਾਦ ਰੱਖੋ: ਸੇਵਾ, ਸਿਮਰਨ, ਸਤਸੰਗ। ਇਹ ਤਿੰਨ ਗੁਣ ਹਮੇਸ਼ਾ ਆਪਣੇ ਕੋਲ ਰੱਖਣੇ। ਇਹਨਾਂ ਦੀ ਕਦਰ ਕਰਨੀ, ਇਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨੀ ਹੈ। ਸੇਵਾ, ਸਿਮਰਨ, ਸਤਸੰਗ ਹਰ ਵੇਲੇ ਰੱਖੋ ਆਪਣੇ ਸੰਗ। ਸੇਵਾ, ਸਿਮਰਨ, ਸਤਸੰਗ। ਸੇਵਾ ਜਿੰਨੀ ਵੱਧ ਤੋਂ ਵੱਧ ਹੋਵੇ, ਇੱਕ ਦੂਜੇ ਦੀ ਹੈਲਪ ਕਰੋ, ਇੱਕ ਦੂਜੇ ਦੀ ਸਹਾਇਤਾ ਕਰੋ। ਭੁੱਖਿਆਂ ਨੂੰ ਰੋਟੀ ਖਵਾਓ, ਪਿਆਸਿਆਂ ਨੂੰ ਪਾਣੀ ਪਿਲਾਓ। ਜਿੰਨਾ ਹੋ ਸਕੇ ਇੱਕ ਦੂਜੇ ਦੀ ਹੈਲਪ ਕਰਨ ਦੀ, ਸਹਾਇਤਾ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਔਰ ਗੁਰੂ ਘਰ ਜਾਂਦੇ ਹੋ, ਮੰਦਿਰ ਜਾਂਦੇ ਹੋ, ਗੁਰਦੁਆਰੇ ਜਾਂਦੇ ਹੋ, ਜਾਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹੋ, ਤਾਂ ਵੱਧ ਤੋਂ ਵੱਧ ਸੇਵਾ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਸੇਵਾ ਦੇ ਨਾਲ ਨਿਮਰਤਾ ਆਉਂਦੀ ਆ। ਮਹਾਂਪੁਰਸ਼ ਕਹਿੰਦੇ ਨੇ, ਨਾਮ ਜਪਿਆ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਇਹ ਸਾਡੇ ਮਹਾਂਪੁਰਸ਼ਾਂ ਦੇ ਬਚਨ ਨੇ, ਗੁਰੂਆਂ ਦੇ ਬਚਨ ਨੇ। ਤਾਂ ਆਪਣੀ ਡਿਊਟੀ, ਜਦੋਂ ਵੀ ਤੁਸੀਂ ਗੁਰੂ ਘਰ ਜਾਂਦੇ ਹੋ, ਗੁਰਦੁਆਰੇ ਜਾਂਦੇ ਹੋ, ਮੰਦਿਰ ਜਾਂਦੇ ਹੋ, ਜਾਂ ਕਿਸੇ ਧਾਰਮਿਕ ਸਮਾਗਮ ਤੇ ਜਾਂਦੇ ਹੋ, ਤਾਂ ਵੱਧ ਤੋਂ ਵੱਧ ਸੇਵਾ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਜਿੱਥੇ ਵੀ ਸੇਵਾ, ਜਿਹੜੀ ਵੀ ਸੇਵਾ ਮਿਲੇ, ਉਹ ਸੇਵਾ ਕਰਦੇ ਰਿਹਾ ਕਰੋ। ਸਤਸੰਗ ਜਦੋਂ ਵੀ ਤੁਹਾਨੂੰ ਸਮਾਂ ਮਿਲੇ, ਤੁਹਾਡੇ ਆਲੇ ਦੁਆਲੇ ਕਿਤੇ ਕੀਰਤਨ ਹੋਵੇ, ਸਤਸੰਗ ਹੋਵੇ, ਜਾਂ ਕੋਈ ਕਥਾ ਹੋਵੇ, ਵਿਚਾਰ ਹੋਵੇ, ਤਾਂ ਉੱਥੇ ਵੀ ਸਮਾਂ, ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਉੱਥੇ ਜ਼ਰੂਰ ਪੁੱਜਿਆ ਕਰੋ। ਜਦੋਂ ਸਾਡੀ ਭਗਤੀ ਦੇ ਵਿੱਚ, ਸਿਮਰਨ ਦੇ ਵਿੱਚ ਕਮੀ ਆਉਂਦੀ ਆ, ਜਦੋਂ ਸਾਡਾ ਅੰਤਰ ਵਿੱਚ ਸਿਮਰਨ ਨਹੀਂ ਚੱਲਦਾ, ਸਾਡੀ ਬੈਟਰੀ ਡਾਊਨ ਹੋ ਜਾਂਦੀ ਆ, ਹੈ ਨਾ, ਜਾਂ ਸਿਮਰਨ ਨਹੀਂ ਅੰਤਰ ਦੇ ਵਿੱਚ ਚੱਲਦਾ, ਸਿਮਰਨ ਦੇ ਵਿੱਚ ਰੁਕਾਵਟ ਆਉਂਦੀ ਆ, ਜਦੋਂ ਅਸੀਂ ਸੰਗਤ ਦੀ ਸੰਗਤ ਕਰਾਂਗੇ, ਸਾਸਨ ਸੁਣਾਂਗੇ, ਕੀਰਤਨ ਸੁਣਾਂਗੇ, ਜਾਂ ਕੋਈ ਕਥਾ ਵਿਚਾਰ ਸੁਣਾਂਗੇ, ਤਾਂ ਸੰਗਤ ਦੇ ਵਿੱਚ ਬੈਠ ਕੇ, ਗੁਰੂ ਦੇ ਚਰਨਾਂ 'ਚ ਬੈਠ ਕੇ ਸਾਡੇ ਆਟੋਮੈਟਿਕਲੀ ਸਾਡਾ ਸਿਮਰਨ ਤੇਜ਼ ਚੱਲਣ ਲੱਗ ਪਵੇਗਾ। ਆਟੋਮੈਟਿਕਲੀ ਇਹ ਸਿਮਰਨ ਆਪਣਾ ਤੇਜ਼ੀ ਨਾਲ ਚੱਲਣ ਲੱਗ ਪੈਂਦਾ ਆ। ਜਦੋਂ ਵੀ ਤੁਹਾਡੇ ਸਿਮਰਨ ਦੇ ਵਿੱਚ ਰੁਕਾਵਟ ਪਵੇ, ਸਿਮਰਨ ਨਾ ਚੱਲੇ, ਤਾਂ ਆਪਣੇ ਗੁਰੂ ਦੀ ਸੰਗਤ ਕਰ ਲਿਆ ਕਰੋ, ਗੁਰੂ ਘਰ ਚੱਲ ਜਾਇਆ ਕਰੋ, ਮੰਦਿਰ ਚਲੇ ਜਾਇਆ ਕਰੋ, ਗੁਰਦੁਆਰੇ ਚਲੇ ਜਾਇਆ ਕਰੋ, ਜਿੱਥੇ ਕਥਾ ਹੁੰਦੀ ਆ, ਸਤਸੰਗ ਹੁੰਦਾ ਆ, ਵਿਚਾਰ ਹੁੰਦੇ, ਉੱਥੇ ਜਾ ਕੇ ਸੰਗਤ ਵਿੱਚ ਬੈਠ ਜਾਇਆ ਕਰੋ। ਔਰ ਜਦੋਂ ਤੁਸੀਂ ਬੈਠੋਗੇ, ਤੁਹਾਡੇ ਆਟੋਮੈਟਿਕ ਹੀ ਤੁਹਾਡਾ ਅੰਤਰ ਦੇ ਵਿੱਚ ਤੁਹਾਡਾ ਸਿਮਰਨ ਚੱਲਣ ਲੱਗ ਪੈਣਾ ਆ। ਸਿਮਰਨ ਚੱਲਦੇ ਫਿਰਦੇ, ਉੱਠਦੇ, ਬਹਿੰਦੇ, ਸੌਂਦੇ, ਜਾਗਦੇ, ਨਹਾਉਂਦੇ, ਧੋਂਦੇ, ਹਰ ਟਾਈਮ ਤੁਹਾਡਾ ਅੰਤਰ ਵਿੱਚ ਸਿਮਰਨ ਚੱਲਦਾ ਹੋਣਾ ਚਾਹੀਦਾ। ਹੱਥ ਕਾਰ ਵੱਲ, ਦਿਲ ਯਾਵਾ ਰੱਖੋ। ਹਰ ਟਾਈਮ ਤੁਹਾਡਾ ਸਿਮਰਨ ਅੰਤਰ ਵਿੱਚ ਚੱਲਦਾ ਹੋਣਾ ਚਾਹੀਦਾ। ਇਹ ਨਹੀਂ ਕਿ ਯਾਦ ਆਈ ਤੇ ਸਿਮਰਨ ਕਰਨਾ ਸ਼ੁਰੂ ਕਰ ਦਿਓ।
ਇਦਾਂ ਨਹੀਂ ਹੋਣਾ ਚਾਹੀਦਾ। ਹਰ ਪਲ ਹਰ ਸਮਾਂ ਤੁਹਾਡੇ ਅੰਦਰ ਵੀ ਅਜੱਪਾ ਜਾਪ ਚੱਲਦਾ ਹੋਣਾ ਚਾਹੀਦਾ। ਤੇ ਵੱਧ ਤੋਂ ਵੱਧ ਸਿਮਰਨ ਕਰਿਆ ਕਰੋ। ਪਹਿਲੀ ਸੇਵਾ, ਸਿਮਰਨ, ਸਤਸੰਗ, ਇਹ ਤਿੰਨ ਗੁਣ ਹਮੇਸ਼ਾ ਆਪਣੇ ਪੱਲੇ ਬਣ ਕੇ ਰੱਖੋ। ਇਹਨੂੰ ਸੰਭਾਲਣ ਦੀ ਕੋਸ਼ਿਸ਼ ਕਰੋ। ਸੇਵਾ, ਕਈ ਵੀਰ ਭਰਾ ਭੈਣਾਂ ਗੁਰੂ ਘਰ ਦੇ ਵਿੱਚ ਕੰਮ ਕਰਦੀਆਂ, ਜਾਂ ਮੰਦਿਰ ਵਿੱਚ ਕੰਮ ਕਰਦੀਆਂ, ਜਾਂ ਗੁਰਦੁਆਰੇ ਵਿੱਚ ਕੰਮ ਕਰਦੇ ਆ, ਜਾਂ ਕਿਸੇ ਧਾਰਮਿਕ ਸਥਾਨ ਤੇ ਕੰਮ ਕਰਦੇ ਆ, ਤਾਂ ਆਪਾਂ ਨੂੰ ਉੱਥੇ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਆ। ਔਰ ਕਈ ਸੰਗਤਾਂ ਦੇ ਇੱਕ ਮਨ ਦੇ ਬਹੁਤ ਭੁਲੇਖੇ ਨੇ, ਉਹ ਸੇਵਾ ਵੀ ਕਰਦੇ ਆ ਗੁਰੂ ਘਰ ਦੇ ਵਿੱਚ, ਚਾਹੇ ਮੰਦਿਰ ਆ, ਚਾਹੇ ਗੁਰਦੁਆਰਾ, ਚਾਹੇ ਕੋਈ ਧਾਰਮਿਕ ਸਥਾਨ ਆ, ਸੇਵਾ ਕਰਦੇ ਆ, ਪਰ ਉਹ ਸੇਵਾ ਦੀ ਉਹ ਪਗਾਰ ਲੈਂਦੇ ਆ, ਉਹ ਸੇਵਾ ਕਰਨ ਦੀ ਤਨਖਾਹ ਲੈਂਦੇ ਆ, ਤਾਂ ਉਹ ਤੁਹਾਡੀ ਸੇਵਾ ਨਹੀਂ ਹੋਈ। ਉਹ ਤਾਂ ਤੁਸੀਂ ਦਿਹਾੜੀ, ਜਿੱਦਾਂ ਇਨਸਾਨ ਇੱਕ ਦਿਹਾੜੀ ਕਰਦਾ, ਉਹਨੂੰ ਦਿਹਾੜੀ ਮਿਲਦੀ ਸ਼ਾਮ ਨੂੰ, ਇਸੇ ਤਰ੍ਹਾਂ ਤੁਸੀਂ ਮਹੀਨੇ ਬਾਅਦ ਤੁਹਾਨੂੰ ਤਨਖਾਹ ਮਿਲਦੀ ਆ, ਉਹ ਸੇਵਾ ਨਹੀਂ ਹੋਈ। ਤੁਸੀਂ ਚਾਹੇ 8 ਘੰਟੇ ਕੰਮ ਕੀਤਾ, ਚਾਹੇ ਗੁਰੂ ਘਰ ਦੇ ਵਿੱਚ 10 ਘੰਟੇ ਕੰਮ ਕੀਤਾ, ਉਹ ਸੇਵਾ ਦੀ ਜੇ ਤੁਸੀਂ ਪਗਾਰ ਲੈਂਦੇ ਹੋ, ਤਨਖਾਹ ਲੈਂਦੇ ਹੋ, ਤਾਂ ਤੁਹਾਡੀ ਸੇਵਾ ਨਹੀਂ ਗਿਣਤੀ ਕੀਤੀ ਜਾਂਦੀ, ਚਾਹੇ ਸਾਰੀ ਉਮਰ ਗੁਰੂ ਘਰ ਦੇ ਵਿੱਚ ਲੱਗੇ ਰਹੋ। ਸੇਵਾ, ਜੇ ਤੁਹਾਡੀ 8 ਘੰਟੇ ਤੁਸੀਂ ਕੰਮ ਕਰਦੇ ਹੋ ਗੁਰੂ ਘਰ ਦੇ ਵਿੱਚ, ਜਾਂ ਮੰਦਿਰ, ਜਾਂ ਗੁਰਦੁਆਰੇ, ਜਾਂ ਧਾਰਮਿਕ ਸਥਾਨ ਤੇ, 8 ਘੰਟੇ ਡਿਊਟੀ ਪੂਰੀ ਕਰਨ ਤੋਂ ਬਾਅਦ ਫਿਰ 2-3 ਘੰਟੇ ਆਪਣੀ ਸੰਗਤ ਦੀ ਸੇਵਾ ਵਿੱਚ ਲਗਾਇਆ ਕਰੋ, ਹਨਾ। ਉਹ ਤੁਹਾਡੇ ਜਿਹੜੇ 2-3 ਐਕਸਟਰਾ ਤੁਸੀਂ ਲਾਓਗੇ, ਉਹ ਤੁਹਾਡੇ ਸੇਵਾ ਦੇ ਵਿੱਚ ਲੇਖੇ ਲੱਗਣੇ ਆ। ਇਹ ਨਹੀਂ ਅਸੀਂ ਸਵੇਰ ਤੋਂ ਸ਼ਾਮ ਤੱਕ ਗੁਰੂ ਘਰ ਦੇ ਵਿੱਚ ਰਹਿੰਦੇ ਆ, ਹਨਾ, ਉਹਦੀ ਤਨਖਾਹ ਸਾਨੂੰ ਮਿਲਦੀ ਆ, ਤੇ ਇਹ ਬੜੇ ਵੱਡੇ ਮਨਾਂ ਦੇ ਭੁਲੇਖੇ ਆ, ਉਹ ਸਾਡੀ ਸੇਵਾ ਨਹੀਂ ਹੋਈ। ਕਿਉਂਕਿ ਅਸੀਂ ਉਹ ਸੇਵਾ ਕਰਨ ਦੇ ਸਾਨੂੰ ਤਨਖਾਹ ਮਿਲਦੀ ਆ, ਸਾਨੂੰ ਪਗਾਰ ਮਿਲਦੀ ਆ, ਪੈਸੇ ਮਿਲਦੇ ਆ, ਠੀਕ ਹੈ ਨਾ, ਉਹ ਸਾਡੀ ਸੇਵਾ ਨਹੀਂ ਹੋਈ। ਸੇਵਾ ਜਿਹੜੀ ਹੁੰਦੀ ਨਿਸ਼ਕਾਮ ਭਾਵਨਾ ਹੁੰਦੀ ਆ, ਬਿਨਾਂ ਸਵਾਰਥ ਦੇ, ਬਿਨਾਂ ਸਵਾਲਾਂ ਤੇ, ਬਿਨਾਂ ਇੱਛਾਵਾਂ ਤੇ, ਉਹ ਸੇਵਾ ਹੁੰਦੀ ਆ, ਠੀਕ ਹੈ। ਤੁਸੀਂ ਗੁਰੂ ਘਰਾਂ ਦੇ ਵਿੱਚ ਡਿਊਟੀ ਕਰਦੇ ਹੋ, 8 ਘੰਟੇ ਡਿਊਟੀ ਤੁਹਾਡੀ, ਤਾਂ ਡਿਊਟੀ ਪੂਰੀ ਕਰਨ ਤੋਂ ਬਾਅਦ ਕੁਝ ਸਮਾਂ 2-3 ਘੰਟੇ ਆਪ ਸੰਗਤ ਦੀ ਸੇਵਾ ਕਰਿਆ ਕਰੋ, ਗੁਰੂ ਘਰ ਵਿੱਚ ਸੇਵਾ ਕਰਿਆ ਕਰੋ, ਹਨਾ, ਤੇ ਆਪਣਾ ਵੱਧ ਤੋਂ ਵੱਧ ਸਿਮਰਨ ਕਰਿਆ ਕਰੋ, ਆਪਣਾ ਪਾਠ ਅਲੱਗ ਤੋਂ ਕਰਿਆ ਕਰੋ, ਹਨਾ। ਇਹ ਤੁਹਾਡੀ ਸੇਵਾ ਲਿਖੇ ਲੱਗਣੀ, ਇਹਨੂੰ ਸੇਵਾ ਕਹਿੰਦੇ ਆ। ਚਾਹੇ ਸਾਰੀ ਜ਼ਿੰਦਗੀ ਤੁਸੀਂ ਗੁਰੂ ਘਰ ਦੇ ਵਿੱਚ ਲੱਗੇ ਰਹੋ, ਹਨਾ, ਆਪਣਾ ਡਿਊਟੀ ਨਿਭਾਉਂਦੇ ਰਹੋ, ਪਰ ਉਹ ਸੇਵਾ ਨਹੀਂ ਹੋਈ। ਕਿਉਂ? ਕਿਉਂਕਿ ਤੁਸੀਂ ਉਸ ਦੀ ਤਨਖਾਹ ਲੈਂਦੇ ਹੋ, ਉਹਦੀ ਪਗਾਰ ਮਿਲਦੀ ਤੁਹਾਨੂੰ, ਠੀਕ ਹੈ। ਸੇਵਾ ਤੇ ਇੱਕ ਨਿਸ਼ਕਾਮ ਸੇਵਾ ਹੁੰਦੀ, ਜਿਹਦਾ ਕੋਈ ਮੁੱਲ ਹੀ ਨਹੀਂ ਦੇ ਸਕਦਾ ਕੋਈ। ਤੇ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ 2-3 ਘੰਟੇ ਐਕਸਟਰਾ ਸੰਗਤ ਦੀ ਸੇਵਾ ਕਰਿਆ ਕਰੋ, ਗੁਰੂ ਘਰ ਦੀ ਸੇਵਾ ਕਰਿਆ ਕਰੋ, ਉਹ ਤੁਹਾਡੇ 2-3 ਘੰਟੇ ਲੇਖੇ ਲੱਗਣੇ ਆ, ਠੀਕ ਹੈ ਨਾ। ਇਹ ਗੱਲ ਹਮੇਸ਼ਾ ਯਾਦ ਰੱਖੋ। ਔਰ ਦੂਜੀ ਗੱਲ, ਸੇਵਾ ਦੀ, ਗੁਰੂ ਮਹਾਰਾਜ ਨੇ ਜਿਸ ਤਰ੍ਹਾਂ ਕਿਹਾ ਆਪਣੇ ਸੰਤਾਂ ਮਹਾਂਪੁਰਸ਼ਾਂ ਨੇ ਕਿ ਆਪਣੇ ਬੇਟੇ ਆਪਣੀ ਜੋ ਕਮਾਈ ਕਰਦੇ ਉਹਦਾ ਦਸਵੰਧ ਕੱਢਿਆ ਕਰੋ। ਉਹ ਦਸਵੰਧ ਧਾਰਮਿਕ ਸਥਾਨਾਂ ਤੇ ਦੇਣ ਦੀ ਲੋੜ ਨਹੀਂ ਹੈਗੀ, ਕਿਉਂਕਿ ਪਰਮਾਤਮਾ ਇੱਕ ਤਾਂ ਪ੍ਰੇਮ ਦਾ ਭੁੱਖਾ ਆ, ਉਹ ਤਾਂ ਤੁਹਾਡੇ ਉਹਨੂੰ ਪ੍ਰੇਮ ਚਾਹੀਦਾ, ਤੁਹਾਡੀ ਭਗਤੀ ਚਾਹੀਦੀ ਆ, ਤੁਹਾਡੇ ਤੋਂ ਸਿਮਰਨ ਦੀ ਉਮੀਦ ਆ, ਠੀਕ ਹੈ ਨਾ। ਜਿਹੜੇ ਤੁਸੀਂ ਮਹੀਨੇ ਬਾਅਦ ਕਮਾਈ ਕਰਦੇ ਹੋ, ਤੁਹਾਨੂੰ ਤਨਖਾਹ ਆਉਂਦੀ, ਉਹਦਾ 10ਵਾਂ ਹਿੱਸਾ ਕੱਢ ਕੇ ਆਪਣੇ ਘਰਾਂ ਦੇ ਵਿੱਚ ਗੋਲਕ ਲਗਾਓ, ਆਪਣੇ ਘਰਾਂ ਦੇ ਵਿੱਚ ਝੋਲੀ ਲਗਾਓ, ਜਾਂ ਗੋਲਕ ਲਗਾਓ, ਗੱਲਾ ਲਗਾਓ। ਮਹੀਨੇ ਬਾਅਦ ਜੋ ਤਨਖਾਹ ਆਉਂਦੀ ਹੈ, ਉਹਦੇ ਵਿੱਚੋਂ ਦਸਵੰਧ ਕੱਢ ਕੇ ਉਹਦੇ ਵਿੱਚ ਝੋਲੀ ਵਿੱਚ ਜਾਂ ਗੱਲੇ ਵਿੱਚ ਪੈਸੇ ਆਪਣੇ ਘਰ ਵਿੱਚ ਪਾਇਆ ਕਰੋ, ਘਰ ਵਿੱਚ ਰੱਖਿਆ ਕਰੋ। ਕਿਉਂਕਿ ਧਾਰਮਿਕ ਸਥਾਨਾਂ ਤੇ ਪਹਿਲੇ ਹੀ ਬੋਲਾ ਕੁਛ ਨੇ, ਅਰਬਾਂ ਖਰਬਾਂ ਰੁਪਈਆ ਪਿਆ ਆ, ਹਨਾ, ਜੋ ਕਿਸੇ ਅਰਥ ਨਹੀਂ ਲੱਗਦਾ ਪਿਆ। ਅੱਜ ਕੱਲ ਜਿਹੜੀ ਧਰਮ ਦੇ ਨਾਂ ਤੇ ਲੋਕਾਂ ਨੇ ਇਹ ਰੋਜੀ ਰੋਟੀ ਦੇ ਸਾਧਨ ਬਣਾਏ ਹੋਏ ਹਨ। ਤੇਰੇ ਨਾਮ ਦੀ ਮਹਿਮਾ ਵੀ ਰੋਜ਼ਗਾਰ ਦਾ ਧੰਦਾ ਹੈ, ਹਨਾ। ਬੜੇ ਵਧੀਆ ਸਿੰਗਰ ਨੇ, ਇੱਕ ਗਾਇਕ ਨੇ ਗੀਤ ਗਾਇਆ, ਔਰ ਅੱਛਾ ਵਧੀਆ ਗਾਇਆ ਗੀਤ, ਕਿ ਤੇਰੇ ਨਾਮ ਦੀ ਮਹਿਮਾ ਵੀ ਰੋਜ਼ਗਾਰ ਦਾ ਧੰਦਾ ਆ। ਅੱਜ ਕੱਲ ਇਹ ਰੋਜ਼ਗਾਰ ਦੇ ਧੰਦੇ ਬਣ ਗਏ ਹੋਏ ਆ, ਤੇ ਸਾਨੂੰ ਜਿਹੜਾ ਅਸੀਂ ਇਹਨਾਂ ਧਾਰਮਿਕ ਸਥਾਨਾਂ ਤੇ ਪੈਸੇ ਚੜਾਉਣ ਦੀ ਬਜਾਏ ਸਾਨੂੰ ਆਪਣੇ ਘਰਾਂ ਦੇ ਵਿੱਚ ਗੋਲਕ ਲਗਾ ਲੈਣੀ ਚਾਹੀਦੀ ਹੈ, ਗੱਲਾ ਲਗਾ ਲੈਣਾ ਚਾਹੀਦਾ, ਝੋਲੀ ਲਗਾ ਲੈਣੀ ਚਾਹੀਦੀ ਆ। ਜਦੋਂ ਮਹੀਨੇ ਬਾਅਦ ਤਨਖਾਹ ਮਿਲਦੀ ਆ, ਉਹਦਾ 10ਵਾਂ ਹਿੱਸਾ ਕੱਢ ਕੇ ਆਪਣੇ ਘਰੇ ਉਸ ਝੋਲੀ ਦੇ ਵਿੱਚ, ਉਸ ਗੱਲੇ ਵਿੱਚ ਪਾ ਦਿਆ ਕਰੋ। ਫਿਰ ਜਦੋਂ ਤੁਹਾਡੇ ਆਲੇ ਦੁਆਲੇ ਜਾਂ ਰਸਤੇ ਦੇ ਵਿੱਚ ਜਾਂ ਕਿਤੇ ਵੀ ਕਿਸੇ ਦੀ ਜ਼ਰੂਰਤ ਪੈਂਦੀ ਆ, ਕਿਸੇ ਦੁਖੀ ਇਨਸਾਨ ਦੀ ਜ਼ਰੂਰਤ ਪੈਂਦੀ ਆ, ਹਨਾ, ਜਿਵੇਂ ਹਸਪੀਟਲ ਕਿਸੇ ਨੂੰ ਮਿਲਣ ਜਾਂਦੇ ਹੋ, ਤਾਂ ਇੱਕ ਉਹ ਪੈਸੇ ਜਿਹੜੇ ਦਸਵੰਧ ਕੱਢਦੇ ਹੋ, ਉਹ ਹਸਪੀਟਲ ਦੇ ਵਿੱਚ ਉਸ ਆਪਣੇ ਦੋਸਤ ਮਿੱਤਰ ਦੀ ਹੈਲਪ ਕਰ ਦਿਆ ਕਰੋ। ਆਲੇ ਦੁਆਲੇ ਬੜੇ ਨੇ, ਦੁਖੀ ਇਨਸਾਨ ਨੇ, ਉਹਨਾਂ ਦੀ ਸਹਾਇਤਾ ਕਰ, ਆਪਣੇ ਹੱਥੀਂ ਕਰਮ ਕਰਿਆ ਕਰੋ,
ਠੀਕ ਹੈ ਨਾ। ਆਪਣੇ ਹੱਥੀਂ ਸੇਵਾ ਕਰਨ ਦੀ ਕੋਸ਼ਿਸ਼ ਕਰੋ। ਦੇਖੋ ਤੁਹਾਡੇ ਮਨ ਨੂੰ ਕਿੰਨੀ ਸ਼ਾਂਤੀ ਮਿਲੇਗੀ, ਤੁਹਾਡੇ ਮਨ ਨੂੰ ਕਿੰਨਾ ਸਕੂਨ ਮਿਲੇਗਾ। ਠੀਕ ਹੈ ਨਾ। ਇਹਨਾਂ ਧਾਰਮਿਕ ਸਥਾਨ ਹੈ, ਜਿੰਨਾ ਮਰਜੀ ਚਾਂਦੀ ਚੜਾਈ ਜਾਓ, ਜਿੰਨਾ ਮਰਜੀ ਸੋਨਾ ਚੜਾਈ ਜਾਓ, ਜਿੰਨੇ ਮਰਜੀ ਹੀਰੇ ਜਵਾਹਰ ਚੜਾਈ ਜਾਓ, ਉਹ ਕਿਹਦੇ ਲਈ ਤੁਸੀਂ ਚੜਾਉਂਦੇ ਹੋ? ਉਹ ਪ੍ਰਮਾਤਮਾ ਤੱਕ ਤਾਂ ਪਹੁੰਚਦੇ ਨਹੀਂ ਪਏ, ਕਿਉਂਕਿ ਪ੍ਰਮਾਤਮਾ ਨੂੰ ਇਹ ਚੀਜ਼ਾਂ ਜ਼ਰੂਰਤ ਹੀ ਹੈ ਨਹੀਂ। ਠੀਕ ਹੈ ਨਹੀਂ। ਪਰਮਾਤਮਾ ਸਿਰਫ ਤੁਹਾਡੇ ਤੋਂ ਇੱਕ ਭਗਤੀ ਦੀ ਉਮੀਦ ਆ, ਸਿਮਰਨ ਦੀ ਉਮੀਦ ਆ। ਤੁਸੀਂ ਉਹ ਕੰਮ ਤਾਂ ਕਰਦੇ ਨਹੀਂ ਪਏ। ਉਹਨੂੰ ਹੀਰਿਆਂ ਜਵਾਹਰਾਂ ਚੜਾ ਕੇ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ। ਉਹ ਇਦਾਂ ਖੁਸ਼ ਨਹੀਂ ਹੁੰਦਾ। ਉਹਨੂੰ ਖੁਸ਼ ਕਰਨ ਤੋਂ ਪਹਿਲਾਂ, ਪਰਮਾਤਮਾ ਨੂੰ ਖੁਸ਼ ਕਰਨ ਤੋਂ ਪਹਿਲਾਂ, ਰੱਬ ਨੂੰ ਖੁਸ਼ ਕਰਨ ਤੋਂ ਪਹਿਲਾਂ ਉਹਦੀ ਸ੍ਰਿਸ਼ਟੀ ਨੂੰ ਖੁਸ਼ ਕਰੋ, ਉਹਦੇ ਸੰਸਾਰ ਨੂੰ, ਇਸ ਨੂੰ ਪ੍ਰੇਮ ਕਰੋ, ਇਸ ਨੂੰ ਕੁਦਰਤ ਦੀ ਸੰਭਾਲ ਕਰੋ। ਅਸੀਂ ਆਪਣੇ ਸਵਾਰਥ ਲਈ, ਦੇਖੋ ਇਹ 5 ਤੱਤ ਦਾ ਪੁਤਲਾ ਬਣਿਆ, 5 ਤੱਤ ਹੀ ਅਸੀਂ ਖਰਾਬ ਕਰ ਦਿੱਤੇ। ਪਵਨ, ਗੁਰੂ, ਪਾਣੀ, ਪਿਤਾ, ਮਾਤਾ, ਧਰਤ, ਮਹਤ, ਹਨਾ। ਇਹ ਤਿੰਨੇ ਚੀਜ਼ਾਂ ਅਸੀਂ ਖਰਾਬ ਕਰ ਦਿੱਤੀਆਂ। ਐਡਾ ਉੱਚਾ ਦਰਜਾ ਸਾਡੇ ਗੁਰੂ ਮਹਾਰਾਜ ਨੇ ਦਿੱਤਾ ਆ, ਅਸੀਂ ਪਾਣੀ ਵੀ ਦੂਸ਼ਿਤ ਕਰ ਦਿੱਤਾ, ਹਨਾ। ਹਵਾ ਵੀ ਦੂਸ਼ਿਤ ਕਰ ਦਿੱਤੀ ਆ, ਪੇੜ ਕੱਟ ਕੇ ਹੁਣ ਸਾਹ ਲੈਣ ਦੀ ਪ੍ਰੋਬਲਮ ਆ ਰਹੀ ਲੋਕਾਂ ਨੂੰ, ਕਈਆਂ ਨੂੰ। ਔਰ ਪਾਣੀ ਵੀ ਦੇਖੋ ਕੈਮੀਕਲ ਵਾਲਾ ਹੋ ਗਿਆ, ਹਨਾ। ਥੋੜਾ ਸਮਾਂ ਜੋ ਦੇਖਿਓ ਉੱਥੇ ਅਕਾਲ ਪੈਣਾ ਸ਼ੁਰੂ ਹੋ ਜਾਣਾ। ਸੋ ਇਹ ਤਿੰਨੇ ਤੱਤ, 5 ਤੱਤ, ਇਹ ਸਾਰੇ ਖਰਾਬ ਕਰ ਦਿੱਤੇ ਇਨਸਾਨ ਨੇ ਆਪਣੀਆਂ ਸਵਾਰਥ ਦੇ ਖਾਤਰ। ਤੇ ਸੋ ਅਸੀਂ ਇਹਨਾਂ ਦੀ ਵੀ ਸੰਭਾਲ ਕਰਨੀ ਆ। ਠੀਕ ਆ। ਪ੍ਰਮਾਤਮਾ ਸਿਰਫ ਤੁਹਾਡੇ ਪ੍ਰੇਮ ਦਾ ਭੁੱਖਾ ਆ, ਪਿਆਰ ਦਾ ਭੁੱਖਾ। ਉਹਨੂੰ ਸਿਰਫ ਤੁਹਾਡੇ ਭਗਤੀ ਦੀ ਉਮੀਦ ਆ। ਤੁਸੀਂ ਵੱਧ ਤੋਂ ਵੱਧ ਸਿਮਰਨ ਕਰਿਆ ਕਰੋ, ਵੱਧ ਤੋਂ ਵੱਧ ਬੰਦਗੀ ਕਰਿਆ ਕਰੋ। ਠੀਕ ਹੈ। ਜੇ ਤੁਸੀਂ ਪ੍ਰਮਾਤਮਾ ਨੂੰ, ਉਸ ਰੱਬ ਨੂੰ, ਉਸ ਅੱਲਾ ਨੂੰ, ਉਸ ਵਾਹਿਗੁਰੂ ਨੂੰ, ਉਸ ਰਾਮ ਨੂੰ, ਉਸ ਕ੍ਰਿਸ਼ਨ ਨੂੰ ਤੁਸੀਂ ਖੁਸ਼ ਦੇਖਣਾ ਚਾਹੁੰਦੇ ਹੋ, ਤਾਂ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਿਆ ਕਰੋ, ਰੋਜ਼ ਬੰਦਗੀ ਕਰਿਆ ਕਰੋ, ਰੋਜ਼ ਭਗਤੀ ਕਰਿਆ ਕਰੋ। ਠੀਕ ਆ। ਜਿਹੜਾ ਤੁਸੀਂ ਦਸਵੰਧ ਕਰਦੇ ਹੋ, ਇਹ ਆਪਣੇ ਹੱਥੀ ਇੱਕ ਦੂਜੇ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰੋ, ਹਨਾ। ਬੜੀ ਦੁਨੀਆ ਦੀਨ ਦੁਖੀ ਆ, ਕਈ ਵਾਰ ਤਾਂ ਕਈ ਰੋਟੀ ਵੀ ਨਹੀਂ ਕਈਆਂ ਨੂੰ ਨਸੀਬ ਹੁੰਦੀ। ਅੱਜ ਸਮਾਂ ਵੀ ਇਦਾਂ ਦਾ ਨਾ। ਔਰ ਕਿਸੇ ਸਕੂਲ ਦੇ ਵਿੱਚ ਹੈਲਪ ਕਰ ਦਿਆ ਕਰੋ, ਹਸਪੀਟਲ ਜਾਣੇ ਦੋਸਤ ਮਿੱਤਰ ਦੀ, ਉਹਨੂੰ ਸਹਾਇਤਾ ਥੋੜੀ ਕਰ ਦਿਆ ਕਰੋ। ਕਿਸੇ ਨੂੰ ਪੜ੍ਹਾਈ ਲਈ ਸਕੂਲ ਦੇ ਵਿੱਚ, ਉੱਥੇ ਜਾ ਕੇ ਆਪ ਆਪਣੇ ਹੱਥੀ ਤੁਸੀਂ ਸੇਵਾ ਕਰੋਗੇ, ਤੁਹਾਨੂੰ ਦੇਖੋ ਮਨ ਨੂੰ ਕਿੰਨੀ ਸ਼ਾਂਤੀ ਮਿਲੇਗੀ। ਉਹ ਸੇਵਾ ਕਰਕੇ ਤੁਹਾਨੂੰ ਖਿੱਚਦੀ ਖੁਸ਼ੀ ਮਿਲੇਗੀ। ਇੱਕ ਵਾਰ ਆਪਣੇ ਹੱਥੀ ਕਰਕੇ ਦੇਖੋ, ਵੱਡੇਪਨ ਦਾ ਅਹਿਸਾਸ ਹੋਵੇਗਾ ਨਾਲੇ, ਹਨਾ। ਆਪਣੇ ਹੱਥੀ ਇਹ ਦਾਨ ਪੁੰਨ ਆਪਣੇ ਹੱਥੀ ਕਰਿਆ ਕਰੋ। ਠੀਕ ਹੈ ਨਾ। ਇਹ ਜਿੰਨੇ ਵੀ ਧਾਰਮਿਕ ਸਥਾਨ ਨੇ, ਮੰਦਿਰ ਨੇ, ਗੁਰਦੁਆਰੇ ਨੇ, ਜਾਂ ਹੋਰ ਵੀ ਧਾਰਮਿਕ ਡੇਰੇ ਨੇ, ਧਾਰਮਿਕ ਸਥਾਨ ਨੇ, ਇਹ ਸਾਰੇ ਇੱਕ ਪਰਮਾਤਮਾ ਨੂੰ ਜੋੜਨ ਦਾ ਇੱਕ ਤਰੀਕਾ ਆ, ਹਨਾ। ਪਰਮਾਤਮਾ ਨਾਲ ਜੋੜਨ ਦੇ ਸਾਧਨ ਨੇ ਇਹ। ਇੱਥੇ ਪਰਮਾਤਮਾ ਦੀ ਯਾਦ ਦੇ, ਪਰਮਾਤਮਾ ਦੇ ਘਰ ਦਾ ਰਸਤਾ ਦੱਸਿਆ ਜਾਂਦਾ, ਭਗਤੀ ਬਾਰੇ, ਬੰਦਗੀ ਬਾਰੇ ਦੱਸਿਆ ਜਾਂਦਾ, ਸਿਮਰਨ ਬਾਰੇ ਦੱਸਿਆ, ਸਿਮਰਨ ਕਿੱਦਾਂ ਕਰਨਾ। ਪਰ ਇਹ ਸਾਡੀ ਮੰਜ਼ਿਲ ਨਹੀਂ ਹੈਗੀ। ਮੰਜ਼ਿਲ ਕਿੱਥੇ? ਸਾਡੇ ਅੰਦਰ ਆ। ਪਰਮਾਤਮਾ ਵੀ ਅੰਦਰ ਬੈਠਾ ਹੈ। ਇਹ ਸਰੀਰ ਵੀ ਅਸਲੀ ਹਰੀ ਦਾ ਘਰ ਆ, ਹਰੀ ਦਾ ਮੰਦਰ ਆ ਨਾ। ਪਰਮਾਤਮਾ ਵੀ ਅੰਦਰ ਆ, ਔਰ ਮਿਲਣ ਦਾ ਰਸਤਾ ਵੀ ਅੰਦਰ ਆ। ਔਰ ਇਹਨਾਂ ਤੇ ਤੁਸੀਂ ਇੰਨਾ ਪੈਸਾ ਖਰਾਬ ਕਰਨ ਦੀ ਬਜਾਏ ਆਪਣੇ ਹੱਥੀਂ ਦਾਨ ਪੁੰਨ ਕਰਿਆ ਕਰੋ। ਜਿਸ ਤਰ੍ਹਾਂ ਤੁਸੀਂ ਆਪਣੀ ਕਮਾਈ ਦਾ 10ਵਾਂ ਹਿੱਸਾ ਕੱਢਦੇ ਹੋ, ਇਸੇ ਤਰ੍ਹਾਂ ਆਪਣੇ 24 ਘੰਟਿਆਂ ਦਾ ਦਸਵੰਧ ਵੀ ਕੱਢਿਆ ਕਰੋ। 24 ਘੰਟੇ ਦਾ ਦਸਵੰਧ 2.5 ਘੰਟੇ ਬਣਦਾ ਨਾ। 24,000 ਸਵਾਸਾਂ ਦਾ ਜੋ 24 ਘੰਟੇ ਹੁੰਦੇ ਨੇ, 2.5 ਘੰਟੇ ਸਾਡਾ ਬਣਦਾ ਸਮਾਂ। ਇਹ ਸਮਾਂ ਵੀ ਪ੍ਰਭੂ ਦੀ ਯਾਦ ਵਿੱਚ ਘੱਟੋ ਘੱਟ 2.5 ਘੰਟੇ ਰੋਜ਼ ਤੁਹਾਡਾ ਅਭਿਆਸ ਹੋਣਾ ਚਾਹੀਦਾ। ਘੱਟੋ ਘੱਟ ਕਹਿ ਰਿਹਾ, ਬਾਕੀ ਜਿੰਨਾ ਕਰੋਗੇ ਉਨਾ ਥੋੜਾ ਆ, ਹਨਾ। ਤੇ ਜਿੰਨਾ ਤੁਸੀਂ ਜਲਦੀ ਪਰਮਾਤਮਾ ਤੱਕ ਪਹੁੰਚਣਾ ਚਾਹੁੰਦੇ ਹੋ, ਰੱਬ ਦਾ ਦੀਦਾਰ ਕਰਨਾ ਚਾਹੁੰਦੇ ਹੋ, ਭਗਤੀ ਦਾ ਆਨੰਦ ਲੈਣਾ ਚਾਹੁੰਦੇ ਹੋ, ਸਦਾ ਸਦਾ ਸੁੱਖ ਲੈਣਾ ਚਾਹੁੰਦੇ ਹੋ, ਸਦਾ ਸਦਾ ਹੀ ਖੁਸ਼ੀਆਂ ਚਾਹੁੰਦੇ ਹੋ, ਤਾਂ ਬੰਦਗੀ ਵੱਧ ਤੋਂ ਵੱਧ ਕਰਨੀ ਪੈਣੀ ਹੈ। ਠੀਕ ਹੈ ਨਾ। ਵੱਧ ਤੋਂ ਵੱਧ ਸਿਮਰਨ ਕਰਨਾ ਪੈਣਾ ਹੈ। ਤੇ ਇਸ ਕਰਕੇ ਆਪਣੇ ਵੱਧ ਤੋਂ ਵੱਧ ਜ਼ਿਆਦਾ ਜਿੰਨੀ ਹੋ ਸਕੇ ਆਪਣਾ ਸਿਮਰਨ ਕਰਿਆ ਕਰੋ, ਔਰ ਆਪਣੇ ਹੱਥੀ ਸੇਵਾ ਕਰਨ ਦੀ ਕੋਸ਼ਿਸ਼ ਕਰੋ। ਸੇਵਾ ਕਰਕੇ ਉਹਦੀ ਫਲ ਦੀ ਇੱਛਾ ਨਾ ਰੱਖਿਆ ਕਰੋ। ਮਾਲੀ ਦਾ ਕੰਮ ਪਾਣੀ ਪਾਣਾ, ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲਾਂ ਲਾਵੇ ਨਾ ਲਾ, ਉਹਦੀ ਮਰਜ਼ੀ ਆ। ਠੀਕ ਆ। ਤੁਸੀਂ ਆਪਣੀ ਡਿਊਟੀ ਸਮਝਿਆ ਕਰੋ। ਇੱਕ ਦੂਜੇ ਦੀ ਸਹਾਇਤਾ ਕਰੋ, ਇੱਕ ਦੂਜੇ ਨੂੰ ਖੁਸ਼ੀਆਂ ਦੇਣ ਦੀ ਕੋਸ਼ਿਸ਼ ਕਰਿਆ ਕਰੋ, ਔਰ ਰੋਜ਼ ਆਪਣਾ ਸਿਮਰਨ ਵੀ ਨਾਲ ਕਰਦੇ ਰਹਿਣਾ। ਆਪਣੇ ਹੱਥੀਂ ਦਾਨ ਪੁੰਨ ਕਰਨ ਦੀ ਕੋਸ਼ਿਸ਼ ਕਰੋ। ਸਿਮਰਨ, ਠੀਕ ਹੈ, ਇੱਕ ਸਿਮਰਨ ਹੀ ਹੈ ਜਿਹੜਾ ਸਾਨੂੰ ਪਰਮਾਤਮਾ ਤੱਕ ਪਹੁੰਚਾ ਸਕਦਾ ਆ, ਪਰਮਾਤਮਾ ਦਾ ਦੀਦਾਰ ਕਰਾ ਸਕਦਾ, ਸਦਾ ਸਦਾ ਦਾ ਆਨੰਦ ਦਵਾ ਸਕਦਾ, ਸਦਾ ਸਦਾ ਖੁਸ਼ੀਆਂ ਦਵਾ। ਇਹ ਸਿਮਰਨ ਆ। ਬਿਨਾਂ ਸਿਮਰਨ ਤੋਂ, ਬਿਨਾਂ ਭਗਤੀ ਤੋਂ ਅਸੀਂ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ, ਰੱਬ ਤੱਕ ਅਸੀਂ ਨਹੀਂ ਪਹੁੰਚ ਸਕਦੇ। ਇਹ ਕਿਸੇ ਵੀ ਕਿਤਾਬ 'ਚ ਨਹੀਂ ਲਿਖਿਆ ਕਿ ਤੁਸੀਂ ਸਿਮਰਨ ਨਾ ਕਰੋ ਜਾਂ ਬੰਦਗੀ ਨਾ ਕਰੋ, ਤੁਸੀਂ ਸਿੱਧਾ ਰੱਬ ਤੱਕ ਪਹੁੰਚ ਸਕਦੇ ਹੋ ਨਾ। ਭਗਤੀ ਕਰਕੇ ਹੀ ਛੁਟਕਾਰਾ ਮਿਲਣਾ, ਭਗਤੀ ਕਰਕੇ ਹੀ ਪਰਮਾਤਮਾ ਮਿਲਣਾ, ਭਗਤੀ ਕਰਕੇ ਹੀ ਸਦਾ ਸਦਾ ਆਨੰਦ ਮਿਲਣਾ, ਸਦਾ ਸਦਾ ਦਾ ਸੁੱਖ ਮਿਲਣਾ। ਆਪਣੀ ਡਿਊਟੀ ਜਿੰਨਾ ਸਮਾਂ ਲੱਗਦਾ, ਜਦੋਂ ਵੀ ਸਮਾਂ ਮਿਲਦਾ, ਉਹਦੀ ਯਾਦ ਵਿੱਚ ਬੈਠ ਕੇ ਸਿਮਰਨ ਕਰਿਆ ਕਰੋ। ਵੱਧ ਤੋਂ ਵੱਧ
ਸਿਮਰਨ ਕਰਨ ਦੀ ਕੋਸ਼ਿਸ਼ ਕਰੋ। ਜਿੰਨਾ ਜਲਦੀ ਤੁਸੀਂ ਸਿਮਰਨ ਕਰੋ, ਜ਼ਿਆਦਾ ਸਿਮਰਨ ਕਰੋਗੇ, ਉਨੀ ਹੀ ਜਲਦੀ ਤੁਹਾਡੀ ਗੱਲ ਬਣੇਗੀ। ਆਪਣਾ ਇੱਕ ਨਿਯਮ ਪੱਕਾ ਰੱਖੋ। ਸਵੇਰ ਦਾ ਚਾਹੇ ਅੰਮ੍ਰਿਤ ਵੇਲਾ 4 ਵਜੇ ਦਾ ਰੱਖੋ ਜਾਂ 3 ਵਜੇ ਦਾ ਰੱਖੋ, ਹਨਾ। ਇੱਕ ਨਿਯਮ ਪੱਕਾ ਬਣਾਓ ਆਪਣਾ। ਇੱਕ ਨਿਯਮ ਤੁਹਾਡਾ, ਇੱਕ ਟਾਈਮ ਦਾ ਨਿਯਮ ਪੱਕਾ ਹੋਣਾ ਚਾਹੀਦਾ। ਚਾਹੇ ਸਵੇਰੇ ਲੈ ਲਓ 3 ਵਜੇ, 4 ਵਜੇ ਲਾ ਲਓ, ਹਨਾ, ਜਾਂ 6 ਵਜੇ ਲਾ, ਜਿੱਦਾਂ ਤੁਹਾਡਾ ਸਮਾਂ ਲੱਗਦਾ, ਜਾਂ ਰਾਤ ਦਾ ਸਮਾਂ ਲਾ ਲਓ। ਇੱਕ ਸਮਾਂ ਇੱਕ ਫਿਕਸ ਰੱਖੋ ਆਪਣਾ, ਚਾਹੇ ਸਵੇਰ ਦਾ, ਚਾਹੇ ਸ਼ਾਮ ਦਾ, ਚਾਹੇ ਦੁਪਹਿਰ ਦਾ, ਜੋ ਵੀ ਤੁਹਾਨੂੰ ਅੱਛਾ ਲੱਗਦਾ, ਉਹ ਫਿਕਸ ਸਮਾਂ ਕਰਕੇ ਤੁਸੀਂ ਬੰਦਗੀ ਕਰਨੀ ਸ਼ੁਰੂ ਕਰੋ। ਤੁਸੀਂ ਜੇ ਇੱਕ ਨਿਯਮ ਆਪਣਾ ਬਣਾ ਲਿਆ ਨਾ, ਤਾਂ ਨਿਯਮ ਨਾਲ ਹੀ ਤੁਹਾਨੂੰ ਇਸ ਸਫ਼ਰ ਦੇ ਵਿੱਚ ਕਾਫੀ ਤੁਹਾਨੂੰ ਆਨੰਦ ਮਿਲਣਾ, ਕਾਫੀ ਜਲਦੀ ਸਫ਼ਰ ਤੈਅ ਹੋਣਾ। ਠੀਕ ਹੈ ਨਾ। ਜਿਸ ਤਰ੍ਹਾਂ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀ ਮਹਾਂਪੁਰਸ਼, ਕਿ ਇੱਕ ਬੰਦਾ ਰੋਜ਼ ਭੋਲੇਨਾਥ ਦੀ ਸੇਵਾ ਕਰਨ ਜਾਂਦਾ ਹੁੰਦਾ ਸੀ, ਪੂਜਾ ਆਰਾਧਨਾ ਕਰਦਾ ਹੁੰਦਾ ਸੀ, ਤੇ ਇੱਕ ਬੰਦਾ ਉਹਦਾ ਦੋਸਤ ਉਹਨੂੰ ਦੇਖ ਕੇ ਰੋਜ਼ ਪੱਥਰ ਮਾਰ ਜਾਂਦਾ ਸੀ, ਹਨਾ। ਤੇ ਇੱਕ ਦਿਨ ਕੀ ਹੋਇਆ, ਉਹ ਘਰੇ ਰੋਟੀ ਖਾਣ ਲੱਗਾ, ਜਦੋਂ ਉਹ ਬੰਦਾ ਜਿਹੜਾ ਪੱਥਰ ਮਾਰਦਾ ਹੁੰਦਾ ਸੀ ਉਹ ਰੋਟੀ ਖਾਣ ਲੱਗਾ, ਤੇ ਉਹਨੂੰ ਇੱਕਦਮ ਯਾਦ ਆ ਗਈ, ਉਹ ਮੈਂ ਪੱਥਰ ਮਾਰਨਾ ਸੀ, ਹਨਾ। ਤਾਂ ਉਹ ਰੋਟੀ ਛੱਡ ਕੇ ਉਹ ਪੱਥਰ ਮਾਰਨ ਚਲਾ ਗਿਆ। ਜਦੋਂ ਉਹਨੇ ਪੱਥਰ ਮਾਰਿਆ, ਪ੍ਰਮਾਤਮਾ ਖੁਸ਼ ਹੋ ਕੇ ਭੋਲੇਨਾਥ ਨੇ ਦਰਸ਼ਨ ਦਿੱਤੇ ਉਹਨੂੰ। ਇੱਕ ਨਿਯਮ ਪੱਕਾ ਸੀ ਨਾ। ਇਸੇ ਤਰ੍ਹਾਂ ਸਾਡਾ ਭਗਤੀ ਦਾ, ਸਿਮਰਨ ਦਾ ਇੱਕ ਨਿਯਮ ਹੋਣਾ ਚਾਹੀਦਾ, ਬੈਠਣ ਦਾ ਇੱਕ ਨਿਯਮ ਹੋਣਾ ਚਾਹੀਦਾ। ਚੌਂਕੜੀ ਮਾਰ ਕੇ, ਅੱਖਾਂ ਬੰਦ ਕਰਕੇ, ਬਾਹਰੋਂ ਧਿਆਨ ਹਟਾ ਕੇ ਆਪਣੇ ਅੰਤਰ ਦੇ ਵਿੱਚ ਇਕਾਗਰ ਹੋ ਕੇ ਬੈਠ ਜਾ। ਅੰਤਰ ਵਿੱਚ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ, ਸਿਮਰਨ ਕਰੋ। ਫਿਰ ਤੁਹਾਨੂੰ ਗੁਰੂ ਦੀ ਵੈਲਿਊ ਦਾ ਪਤਾ ਲੈਣਾ, ਗੁਰੂ ਕਿਹੜੀ ਹਸਤੀ ਦਾ ਮਾਲਕ ਆ, ਗੁਰੂ ਕੀ ਚੀਜ਼ ਆ। ਹਜੇ ਤਾਂ ਅਸੀਂ ਗੱਲਾਂ ਨਾਲ ਪਕੌੜੇ ਬਣਾਈ ਜਾਂਦੇ ਹਾਂ ਨਾ, ਇੱਧਰੋਂ ਸੁਣ ਲਈਆਂ, ਇੱਧਰੋਂ ਕਹਿ ਲਈਆਂ, ਕਈ ਇੱਕ ਦੂਜੇ ਨਾਲ ਕਰੀ ਜਾਂਦੇ ਹਾਂ ਨਾ, ਪੜ੍ਹੀ ਜਾ ਰਿਹਾ ਹਨਾ, ਪਰ ਗੁਰੂ ਨੂੰ ਸਮਝਿਆ ਨਹੀਂ ਗੁਰੂ ਕੀ ਚੀਜ਼ ਹੈ, ਹਨਾ। ਜਦੋਂ ਇੱਥੇ ਪਹੁੰਚੋਗੇ ਤੁਸੀਂ, ਫਿਰ ਤੁਹਾਨੂੰ ਪਤਾ ਲੱਗੂ ਗੁਰੂ ਕਿਸ ਹਸਤੀ ਦਾ ਮਾਲਕ, ਗੁਰੂ ਕੀ ਚੀਜ਼ ਆ। ਤਾਂ ਸ਼ਾਇਦ ਅਸੀਂ ਗੱਲਾਂ ਬਾਤਾਂ ਹੀ ਕਰੀ ਜਾ ਰਹੇ ਹਾਂ, ਹਨਾ। ਤੁਸੀਂ ਵੱਧ ਤੋਂ ਵੱਧ ਅਭਿਆਸ ਕਰਕੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰੋ। ਚੱਲਦੇ ਫਿਰਦੇ, ਉੱਠਦੇ, ਬਹਿੰਦੇ, ਸੌਂਦੇ, ਜਾਗਦੇ, ਨਹਾਉਂਦੇ, ਧੋਂਦੇ, ਹਰ ਟਾਈਮ ਤੁਹਾਡੇ ਅੰਤਰ ਵਿੱਚ ਸਿਮਰਨ ਚੱਲਣਾ ਚਾਹੀਦਾ। ਤੁਸੀਂ ਹਿੰਦੂ ਆ ਹਿੰਦੂ ਰਹੋ, ਮੁਸਲਮਾਨ ਆ ਮੁਸਲਮਾਨ ਰਹੋ, ਸਿੱਖ ਆ ਸਿੱਖ ਰਹੋ, ਈਸਾਈ ਆ ਤਾਂ ਈਸਾਈ ਰਹੋ। ਪਰਮਾਤਮਾ ਨੂੰ ਪਾਉਣ ਦੇ ਲਈ, ਰੱਬ ਨੂੰ ਪਾਉਣ ਦੇ ਲਈ ਧਰਮ ਬਦਲਣ ਦੀ ਲੋੜ ਨਹੀਂ ਹੈਗੀ। ਬਦਲਣਾ ਕੀ, ਆਪਣੇ ਵਿਚਾਰਾਂ ਨੂੰ ਬਦਲਣ ਦੀ ਲੋੜ ਆ। ਠੀਕ ਹੈ ਨਾ। ਆਪਣੇ ਆਪ ਨੂੰ ਬਦਲਣ ਦੀ ਲੋੜ ਆ। ਪਰਮਾਤਮਾ ਨੂੰ ਪਾਉਣ ਦੇ ਲਈ, ਰੱਬ ਨੂੰ ਪਾਉਣ, ਧਰਮ ਬਦਲਣ ਦੀ ਲੋੜ ਨਹੀਂ ਹੈ। ਜਿਸ ਵੀ ਤੁਸੀਂ ਧਰਮ ਦੇ ਵਿੱਚ ਹੋ, ਉਸੇ ਧਰਮ 'ਚ ਰਹਿ ਕੇ ਆਪਣੀ ਬੰਦਗੀ ਕਰੋ, ਆਪਣੀ ਭਗਤੀ ਕਰੋ, ਰੋਜ਼ ਸਿਮਰਨ ਕਰੋ। ਠੀਕ ਹੈ। ਪਰਮਾਤਮਾ ਇੱਕੋ ਹੀ ਆ, ਚਾਹੇ ਉਹਨੂੰ ਰਾਮ ਕਹਿ ਲਓ, ਚਾਹੇ ਉਸਨੂੰ ਕ੍ਰਿਸ਼ਨ ਕਹਿ ਲਓ, ਚਾਹੇ ਉਹਨੂੰ ਨਾਨਕ ਕਹਿ ਲਓ, ਚਾਹੇ ਉਹਨੂੰ ਗੋਬਿੰਦ ਕਹਿ ਲਓ, ਹਨਾ। ਪਰਮਾਤਮਾ ਇੱਕੋ ਹੀ ਆ। ਉਹਦੇ ਨਾਂ ਜ਼ਰੂਰ ਅਲੱਗ-ਅਲੱਗ ਹੋ ਸਕਦੇ, ਨਾਮ ਲੱਖਾਂ ਨੇ। ਕ੍ਰਿਸ਼ਨ ਭਗਵਾਨ ਨੇ ਕਿਹਾ ਕਿ ਜਿਹੜਾ ਵੀ ਜਿਸ ਭਾਵਨਾ ਨਾਲ ਮੈਨੂੰ ਯਾਦ ਕਰੇਗਾ, ਮੈਂ ਉਸੇ ਭਾਵਨਾ ਨਾਲ ਉਸ ਨੂੰ ਦਰਸ਼ਨ ਦੇਵਾਂਗਾ। ਠੀਕ ਹੈ ਨਾ। ਉਹ ਹੈ ਇੱਕੋ ਆ। ਦੇਖੋ ਸਮਝਣ ਵਾਲੀ ਕਿੱਡੀ ਵੱਡੀ ਗੱਲ, ਉਹ ਹੈ ਇੱਕ ਆ। ਪਰ ਅਸੀਂ ਜਿਸ ਭਾਵਨਾ ਨਾਲ ਉਹਦਾ ਬੱਚਾ, ਉਹਦਾ ਭਗਤ, ਗੁਰਮੁਖ ਪਿਆਰਾ, ਹਨਾ, ਜੋ ਵੀ ਪ੍ਰਭੂ ਦੇ ਆਸ਼ਿਕ ਨੇ, ਪ੍ਰਭੂ ਨਾਲ ਪ੍ਰੇਮ ਕਰਨ ਵਾਲੇ ਨੇ, ਉਹ ਜਿਸ ਵੀ ਭਾਵਨਾ ਨਾਲ, ਜਿਸ ਵੀ ਰੂਪ 'ਚ ਉਸ ਨੂੰ ਯਾਦ ਕਰਦੇ ਨੇ, ਹਨਾ, ਉਹਦੀ ਬੰਦਗੀ ਕਰਦੇ ਨੇ, ਉਹਨੂੰ, ਹਨਾ, ਭਗਤੀ ਕਰਦੇ, ਉਹਨੂੰ ਉਸੇ ਰੂਪ ਦੇ ਵਿੱਚ ਉਹ ਪਰਮਾਤਮਾ ਦਰਸ਼ਨ ਦਿੰਦਾ ਆ। ਹੈ ਉਹ ਇੱਕੋ ਹੀ ਆ, ਪਰ ਉਹਦੇ ਨਾਮ ਅਲੱਗ-ਅਲੱਗ ਨੇ। ਜਿਸ ਵੀ ਤੁਸੀਂ ਭਾਵ ਆ, ਜਿੱਦਾਂ ਹੀ ਤੁਹਾਡੀ ਭਾਵਨਾ ਆ, ਉਸੇ ਰੂਪ ਦੇ ਵਿੱਚ ਉਸ ਨੇ ਦਰਸ਼ਨ ਤੁਹਾਨੂੰ ਦੇਣੇ ਆ। ਠੀਕ ਹੈ ਨਾ। ਇਹ ਨਹੀਂ ਕਿ ਇੱਕ ਸਪੈਸ਼ਲ ਰੂਪ ਹੈ ਕਿ ਇਸੇ ਰੂਪ ਬਾਰ-ਬਾਰ ਦਰਸ਼ਨ, ਨਾ, ਜਿੱਦਾਂ ਹੀ ਤੁਹਾਡੀ ਭਾਵਨਾ ਆ, ਉਹਨੇ ਉਸੇ ਰੂਪ ਦਰਸ਼ਨ ਦੇਣੇ। ਚਾਹੇ ਰਾਮ ਆ, ਚਾਹੇ ਕ੍ਰਿਸ਼ਨ ਆ, ਚਾਹੇ ਨਾਨਕ ਆ, ਚਾਹੇ ਗੋਬਿੰਦ ਆ, ਇਹ ਸਭ ਇੱਕੋ ਹੀ ਨੇ। ਚਾਹੇ ਉਹ ਗੁਰੂ ਰਵਿਦਾਸ ਮਹਾਰਾਜ ਆ, ਚਾਹੇ ਕਬੀਰ ਸਾਹਿਬ ਆ, ਚਾਹੇ ਬਾਬਾ ਨਾਮਦੇਵ ਆ, ਸਾਰੇ ਪਰਮਾਤਮਾ ਦੇ ਰੂਪ ਨੇ, ਪਰਮਾਤਮਾ ਹੀ ਹਨ। ਠੀਕ ਹੈ ਨਾ। ਔਰ ਜਿਸ ਵੀ ਰੂਪ ਭਾਵਨਾ ਨਾਲ ਅਸੀਂ ਯਾਦ ਕਰਾਂਗੇ, ਉਹਨਾਂ ਨੇ ਉਸੇ ਰੂਪ ਦੇ ਵਿੱਚ ਤੁਹਾਨੂੰ ਦਰਸ਼ਨ ਦੇਣੇ ਆ। ਹਾਂ, ਗੁਰੂ ਦੇ ਜ਼ਰੀਏ ਹੀ ਤੁਹਾਨੂੰ ਦਰਸ਼ਨ ਦੇਣੇ। ਪਹਿਲਾਂ ਗੁਰੂ ਤੱਕ ਪਹੁੰਚਣਾ ਪੈਣਾ, ਗੁਰੂ ਦੇ ਹੁਕਮ ਅਨੁਸਾਰ ਬੰਦਗੀ ਕਰਨੀ ਪੈਣੀ ਆ, ਗੁਰੂ ਦੇ ਹੁਕਮ ਅਨੁਸਾਰ ਭਗਤੀ ਕਰਨੀ ਪੈਣੀ ਆ, ਗੁਰੂ ਤੋਂ ਨਾਮ ਸ਼ਬਦ ਲੈ ਕੇ ਉਹਦਾ ਅਭਿਆਸ ਕਰਨਾ ਪੈਣਾ। ਠੀਕ ਹੈ। ਪਰਮਾਤਮਾ ਕਹਿੰਦੇ ਹੁੰਦੇ ਆ ਕਿ ਬੇਟੇ, ਜੋ ਮੈਂ ਕਹਿ ਰਿਹਾ, ਪਰਮਾਤਮਾ ਕਹਿ ਰਿਹਾ, ਜੋ ਕਹਿੰਦਾ ਮੈਂ ਕਹਿ ਰਿਹਾ, ਪਹਿਲਾਂ ਉਹ ਕਰ। ਜੋ ਮੈਂ ਕਹਿ ਰਿਹਾ, ਪਹਿਲਾਂ ਉਹ ਕਰ। ਫਿਰ ਇੱਕ ਦਿਨ ਉਹ ਸਮਾਂ ਆਵੇਗਾ, ਜੋ ਤੂੰ ਕਹੇਗਾ ਉਹ ਮੈਂ ਕਰੂੰਗਾ। ਠੀਕ ਹੈ ਨਾ। ਇਸ ਕਰਕੇ ਜਿੱਦਾਂ ਪਹਿਲਾਂ ਉਹ ਪਰਮਾਤਮਾ ਕੀ ਕਹਿ ਰਿਹਾ, ਗੁਰੂ ਕੀ ਕਹਿ ਰਿਹਾ ਕਿ ਬੇਟੇ ਭਗਤੀ ਕਰੋ, ਬੰਦਗੀ ਕਰੋ, ਆਪਣਾ ਨਿਯਮ ਪੱਕਾ ਰੱਖੋ, ਰੋਜ਼ ਸਿਮਰਨ ਕਰੋ, ਰੋਜ਼ ਸਿਮਰਨ ਕਰੋ, ਰੋਜ਼ ਸਿਮਰਨ ਕਰੋ, ਰੋਜ਼ ਅਭਿਆਸ ਕਰੋ। ਆਪਣਾ ਆਪਣੇ ਅੰਤਰ ਵਿੱਚ ਆ ਜਾਓ, ਬਸ ਚੌਂਕੜੀ ਮਾਰ ਕੇ ਬੈਠ ਜਾਓ। ਆਪਣਾ ਨਿਤਨੇਮ ਕਰਦੇ ਹੋ, ਨਿਤਨੇਮ ਕਰਦੇ ਹੋ, ਚਾਲੀਸਾ ਪੜ੍ਹਦੇ ਹੋ, ਕੋਈ ਪਾਠ ਕਰਦੇ ਹੋ, ਕਰਨ ਤੋਂ ਬਾਅਦ ਅੱਖਾਂ ਬੰਦ ਕਰਕੇ ਆਪਣੇ ਅੰਤਰ ਵਿੱਚ ਇੱਥੇ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ। ਆਪਣੇ ਅੰਤਰ ਵਿੱਚ ਆਪਣੇ ਮਨ ਤੋਂ ਸਿਮਰਨ ਕਰੋ, ਸਵਾਸ ਆਪਣਾ ਅੰਦਰ ਸਿਮਰਨ ਕਰੋ। ਠੀਕ ਹੈ। ਆਪਣੇ ਮਨ ਤੋਂ ਸਿਮਰਨ ਕਰਾਉਣ ਦੀ ਕੋਸ਼ਿਸ਼ ਕਰੋ। ਫਿਰ ਤੁਹਾਨੂੰ ਸੱਚੇ ਉਹ ਆਨੰਦ ਦੀ ਪ੍ਰਾਪਤੀ, ਸੱਚੇ ਸੁੱਖ ਦੀ ਪ੍ਰਾਪਤੀ ਹੋਵੇਗੀ। ਇੱਥੇ ਆ ਜਾਓ। ਇੱਥੋਂ ਬਾਅਦ ਤੁਹਾਡਾ ਅਸਲੀ ਸਫ਼ਰ ਸ਼ੁਰੂ ਹੋਣਾ। ਉਦ ਤੱਕ ਟਿਕੇ ਨਾ ਬੈਠੋ, ਸ਼ਾਂਤ ਨਾ ਬੈਠੋ, ਜਦ ਤੱਕ ਤੁਸੀਂ ਇੱਥੇ ਨਹੀਂ ਪਹੁੰਚਦੇ। ਜਦੋਂ ਇੱਥੇ ਪਹੁੰਚ ਗਏ,
ਫਿਰ ਉਸ ਤੋਂ ਬਾਅਦ ਤੁਹਾਡਾ ਅਸਲੀ ਸਫ਼ਰ ਸ਼ੁਰੂ ਹੈ, ਅਸਲੀ ਆਨੰਦ ਦਾ ਸਫ਼ਰ ਸ਼ੁਰੂ ਹੈ। ਫਿਰ ਤੁਹਾਨੂੰ ਪਤਾ ਲੱਗਿਆ ਗੁਰੂ ਕੀ ਚੀਜ਼ ਆ, ਗੁਰੂ ਕੇ ਸ਼ਸਤਰ ਦਾ ਮਾਲਕ ਆ, ਹਨਾ। ਹਜੇ ਤਾਂ ਅਸੀਂ ਆਪਾਂ ਇੱਥੇ ਐਵੇਂ ਲੜੀ ਜਾ ਰਹੇ, ਮਰੀ ਜਾ ਰਹੇ ਸੰਸਾਰ ਦੇ ਵਿੱਚ, ਆਪਣੇ ਆਪਣੇ ਧਰਮਾਂ ਦੀ ਦੁਹਾਈ ਦੇਈ ਜਾ ਰਹੇ ਹਾਂ, ਹਨਾ। ਉਹ ਕਹਿੰਦਾ ਮੇਰਾ ਗੁਰੂ ਵੱਡਾ ਤੇਰਾ ਛੋਟਾ, ਮੇਰਾ ਧਰਮ ਵੱਡਾ ਤੇਰਾ ਛੋਟਾ, ਇਹੀ ਲੱਗੇ ਰਹੇ, ਹਨਾ। ਪਰ ਜਿਹੜੇ ਗੁਰਮੁਖ ਪਿਆਰੇ ਨੇ, ਪ੍ਰਭੂ ਨਾਲ ਪ੍ਰੇਮ ਕਰਨ ਵਾਲੇ, ਰੱਬ ਨੂੰ ਪ੍ਰੇਮ ਕਰਦੇ ਆ, ਭਗਤੀ ਕਰਦੇ ਆ, ਉਹਦੀ ਹੁਕਮ ਦੇ ਵਿੱਚ ਰਹਿੰਦੇ ਆ, ਉਹਦੇ ਲਈ ਸਾਰੇ ਇੱਕੋ ਬਰਾਬਰ ਆ। ਉਹਦੇ ਲਈ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਸਿੱਖ ਨਹੀਂ, ਕੋਈ ਈਸਾਈ ਨਹੀਂ। ਉਹ ਸਾਰਿਆਂ ਦੇ ਵਿੱਚ ਉਸ ਪ੍ਰਮਾਤਮਾ ਦੇ, ਉਸ ਰੱਬ ਨੂੰ ਦੇਖਦੇ ਆ। ਉਹ ਸਾਰਿਆਂ ਨਾਲ ਪ੍ਰੇਮ ਕਰਦੇ, ਉਹ ਕਿਸੇ ਨਾਲ ਨਫ਼ਰਤ ਨਹੀਂ ਕਰਦੇ, ਠੀਕ ਹੈ ਨਾ। ਇਹ ਮੂਰਖ ਲੋਕ ਨੇ ਜਿਹੜੇ ਧਰਮ ਦੇ ਪਿੱਛੇ ਲੜਦੇ ਨੇ, ਧਰਮ ਦੀ ਰਾਜਨੀਤੀ ਕਰਦੇ ਨੇ। ਇਹ ਸਿਰਫ ਰਾਜਨੀਤਿਕ ਲੋਕ ਨੇ, ਇਹ ਧਾਰਮਿਕ ਲੋਕ ਨਹੀਂ ਹੈਗੇ, ਇਹ ਰਾਜਨੀਤਿਕ ਲੋਕ ਆ। ਕਿਉਂਕਿ ਇਹਨਾਂ ਦੇ ਰੋਜੀ ਰੋਟੀ ਸਾਧਨ ਉੱਥੋਂ ਚੱਲਦੇ ਆ। ਜਿਹੜਾ ਧਾਰਮਿਕ ਇਨਸਾਨ ਹੁੰਦਾ, ਉਹਦਾ ਕੋਈ ਹਿੰਦੂ ਕੀ ਮੁਸਲਮਾਨ ਕੀ ਸਿੱਖ ਕੀ ਈਸਾਈ ਕੀ ਮੰਦਿਰ ਕੀ ਗੁਰਦੁਆਰਾ ਕੀ ਚਰਚ, ਉਹ ਸਭ ਇੱਕ ਬਰਾਬਰ ਹੁੰਦੇ ਆ। ਧਾਰਮਿਕ ਉਹਨੂੰ ਕਹਿੰਦੇ ਜਿਹੜਾ ਸਾਰੇ ਧਰਮਾਂ ਦਾ ਸਤਿਕਾਰ ਕਰੇ, ਸਾਰਿਆਂ ਨਾਲ ਪ੍ਰੇਮ ਕਰੇ, ਠੀਕ ਹੈ ਨਾ। ਤੇ ਇਸ ਕਰਕੇ ਮੈਂ ਤਾਂ ਇਹੀ ਕਹੂੰਗੀ ਵੱਧ ਤੋਂ ਵੱਧ ਆਪਣਾ ਸਿਮਰਨ ਕਰਨਾ ਹੈ, ਵੱਧ ਤੋਂ ਵੱਧ ਰੋਜ਼ ਅਭਿਆਸ ਕਰਨਾ, ਠੀਕ ਹੈ। ਸਵੇਰ ਅੰਮ੍ਰਿਤ ਵੇਲਾ ਸੰਭਾਲਣ ਦੀ ਕੋਸ਼ਿਸ਼ ਕਰੋ, ਉਸ ਤੋਂ ਬਾਅਦ ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ। ਸੇਵਾ, ਸਿਮਰਨ, ਸਤਸੰਗ। ਫਿਰ ਸਤਸੰਗ ਦੀ ਵਾਰੀ ਆ ਗਈ। ਸਤਸੰਗ ਜਦੋਂ ਵੀ ਤੁਹਾਡੇ ਆਲੇ ਦੁਆਲੇ ਕਿਤੇ ਵੀ ਕਿ ਸਤਸੰਗ ਹੋ ਰਿਹਾ, ਕਿਤੇ ਕੀਰਤਨ ਹੋ ਰਿਹਾ ਜਾਂ ਕਥਾ ਹੋ ਰਹੀ ਆ, ਚਾਹੇ ਗੁਰਦੁਆਰੇ, ਚਾਹੇ ਮੰਦਿਰ ਜਾਂ ਕਿਸੇ ਘਰ ਦੇ ਵਿੱਚ, ਤਾਂ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਉੱਥੇ ਜਾਇਆ ਕਰੋ, ਸੰਗਤ ਕਰਿਆ ਕਰੋ। ਤੁਹਾਡੇ ਸਿਮਰਨ ਦੀ ਕੋਈ ਰੁਕਾਵਟ ਆ, ਸਿਮਰਨ ਨਹੀਂ ਚੱਲਦਾ, ਜੋ ਤੁਸੀਂ ਉਹ ਸੰਗਤ ਕਰੋਗੇ, ਹਨਾ, ਸੰਗਤ ਦੇ ਵਿੱਚ ਬੈਠੋਗੇ ਜਾ ਕੇ, ਤਾਂ ਆਪਣੇ ਆਪ ਹੀ ਆਟੋਮੈਟਿਕਲੀ ਤੁਹਾਡਾ ਸਿਮਰਨ ਚੱਲ ਜਾਇਆ ਕਰਨਾ। ਔਰ ਜਦੋਂ ਅਸੀਂ ਸਤਸੰਗ ਦੇ ਵਿੱਚ ਜਾਂਦੇ ਆ ਜਾਂ ਕੋਈ ਕਥਾ ਸੁਣਨੇ ਆ ਜਾਂ ਕੋਈ ਵਿਚਾਰ ਸੁਣਨੇ ਆ ਜਾਂ, ਹਨਾ, ਤੇ ਉਦੋਂ ਸਾਡੇ ਕਈ ਮਨਾਂ ਦੇ ਸਵਾਲ ਹੁੰਦੇ ਨੇ। ਤਾਂ ਹਮੇਸ਼ਾ ਇਦਾਂ ਹੀ ਹੁੰਦਾ ਕਿ ਸਾਡੇ ਮਨਾਂ ਵਿੱਚ ਕਈ ਸਵਾਲ ਹੁੰਦੇ ਆ। ਅਸੀਂ ਜਦੋਂ ਗੁਰੂ ਘਰ ਦੇ ਵਿੱਚ ਜਾਂਦੇ ਆ ਜਾਂ ਸਤਸੰਗ ਸੁਣਦੇ ਆ ਜਾਂ ਕਥਾ ਸੁਣਦੇ ਆ ਜਾਂ ਕੋਈ ਵਿਚਾਰ ਸੁਣਦੇ ਆ, ਤਾਂ ਸਾਡੇ ਜੋ ਮਨ ਦੇ ਸਵਾਲ ਹੁੰਦੇ ਉਹਦੇ ਵਿੱਚ ਸਾਨੂੰ ਸੁਣਨ ਨੂੰ ਮਿਲ ਜਾਂਦੇ, ਸਾਨੂੰ ਉਹ ਸਵਾਲਾਂ ਦਾ ਜਵਾਬ ਉੱਥੇ ਜਾ ਕੇ ਮਿਲ ਜਾਂਦਾ, ਹਨਾ। ਤੇ ਇਸ ਕਰਕੇ ਸਤਸੰਗ ਮਤਲਬ ਸੱਚ ਦਾ ਸੰਗ। ਜਦੋਂ ਵੀ ਤੁਹਾਨੂੰ ਸਮਾਂ ਮਿਲੇ, ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਸਤਸੰਗ ਤੇ ਜ਼ਰੂਰ ਜਾਇਆ ਕਰੋ, ਕਥਾ ਜ਼ਰੂਰ ਸੁਣਿਆ ਕਰੋ, ਕੀਰਤਨ ਤੇ ਜ਼ਰੂਰ ਜਾਇਆ ਕਰੋ, ਜਦੋਂ ਵੀ ਸਮਾਂ ਮਿਲੇ, ਠੀਕ ਹੈ ਨਾ। ਕਿਉਂਕਿ ਇਹ ਜੀਵਨ ਜਿਹੜਾ ਆਪਣਾ ਮਨੁੱਖੀ ਚੋਲਾ ਮਿਲਿਆ, ਇਹ ਬੰਦਗੀ ਕਰਨ ਵਾਸਤੇ ਮਿਲਿਆ, ਭਗਤੀ ਕਰਨ ਵਾਸਤੇ ਮਿਲਿਆ, ਠੀਕ ਹੈ। ਇਨਸਾਨ ਦਾ ਜਿਹੜਾ ਪਹਿਲਾ ਫਰਜ਼ ਆ, ਬੰਦਗੀ ਕਰਨਾ, ਭਗਤੀ ਕਰਨਾ, ਠੀਕ ਹੈ। ਇਹ ਪਹਿਲਾ ਸਾਡੇ ਜੀਵਨ ਦਾ, ਇਸ ਮਨੁੱਖੀ ਚੋਲੇ ਦਾ ਪਹਿਲਾ ਫਰਜ਼ ਆ, ਬੰਦਗੀ ਕਰਨਾ, ਭਗਤੀ ਕਰਨਾ। ਇਹ ਪੱਲੇ ਬੰਨ ਲਓ, ਇਹ ਗੱਲ ਸੱਚ ਹੈ, ਠੀਕ ਹੈ। ਬਿਨਾਂ ਭਗਤੀ ਤੁਹਾਨੂੰ ਛੁਟਕਾਰਾ ਨਹੀਂ ਮਿਲਣਾ। ਨਾਮ ਜਪਿਆ ਹੀ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ, ਠੀਕ ਹੈ। ਨਾਮ ਜਪਣ ਨਾਲ ਤੁਹਾਨੂੰ ਇਨ ਦੁੱਖਾਂ ਤੋਂ ਛੁਟਕਾਰਾ ਮਿਲ ਸਕਦਾ। ਨਾਮ ਜਪਿਆ ਤੇ ਹੀ ਤੁਹਾਨੂੰ ਜਨਮ ਮਰਨ ਤੋਂ, ਚੱਕਰਾਂ ਤੋਂ ਤੁਸੀਂ ਮੁਕਤ ਹੋ ਸਕਦੇ ਆ। ਨਾਮ ਜਪਿਆ ਕਰਕੇ ਹੀ ਤੁਸੀਂ 84 ਤੇ ਯੋਨੀਆਂ ਤੋਂ ਜਾਨ ਤੋਂ ਬਚ ਸਕਦੇ ਆ, ਠੀਕ ਹੈ ਨਾ। ਇਸ ਕਰਕੇ ਵੱਧ ਤੋਂ ਵੱਧ ਆਪਣਾ ਭਗਤੀ ਕਰੋ, ਵੱਧ ਤੋਂ ਵੱਧ ਆਪਣਾ ਸਿਮਰਨ ਕਰਿਆ ਕਰੋ। ਬਿਨਾਂ ਭਗਤੀ ਛੁਟਕਾਰਾ ਨਹੀਂ ਮਿਲਣਾ, ਠੀਕ ਹੈ ਨਾ। ਭਗਤੀ ਕਰੋ, ਰੋਜ਼ ਸਿਮਰਨ ਕਰੋ, ਬੰਦਗੀ ਕਰੋ। ਜਿਹੜਾ ਕੰਮ ਕਰਨ ਵਾਲਾ ਤੁਸੀਂ ਭਗਤੀ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਹਨਾ, ਨਾਮ ਨਹੀਂ ਜਪਦੇ, ਔਰ ਸੋਨੇ ਚੜਾਈ ਜਾ ਰਹੇ ਹੋ, ਚਾਂਦੀ ਚੜਾਈ ਜਾ ਰਹੇ ਖੁਸ਼ ਕਰਨ ਦੇ ਲਈ ਪ੍ਰਮਾਤਮਾ ਦੇ ਲਈ, ਹਨਾ। ਚਾਹੇ ਤੁਸੀਂ ਜਿੰਨੇ ਮਰਜ਼ੀ ਹੀਰੇ ਦਾਨ ਕਰ ਲਓ, ਜਵਾਹਰਾਤ ਦਾਨ ਕਰ ਲਓ, ਸੋਨੇ ਦਾਨ ਕਰ ਲਓ, ਚਾਂਦੀ ਦਾਨ ਕਰ ਲਓ, ਇੰਨਾ ਤੁਹਾਡਾ ਰੱਬ ਖੁਸ਼ ਹੋਣ ਵਾਲਾ ਨਹੀਂ ਆ, ਠੀਕ ਹੈ ਨਾ। ਪ੍ਰਮਾਤਮਾ ਕਦੇ ਨਹੀਂ ਖੁਸ਼ ਹੋ ਸਕਦਾ ਇਹ ਚੀਜ਼ਾਂ ਨਾਲ। ਅਗਰ ਪ੍ਰਮਾਤਮਾ ਨੂੰ ਤੁਸੀਂ ਖੁਸ਼ ਕਰਨਾ ਚਾਹੁੰਦੇ ਹੋ, ਆਪਣੇ ਗੁਰੂ ਨੂੰ ਖੁਸ਼ ਦੇਖਣਾ ਚਾਹੁੰਦੇ ਹੋ, ਰੱਬ ਤੱਕ ਪਹੁੰਚਣਾ ਚਾਹੁੰਦੇ ਹੋ, ਰੱਬ ਦਾ ਦੀਦਾਰ ਕਰਨਾ ਚਾਹੁੰਦੇ ਹੋ, ਸਦਾ ਸਦਾ ਸੁੱਖ ਲੈਣਾ ਚਾਹੁੰਦੇ ਹੋ, ਸਦਾ ਸਦਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਭਗਤੀ ਕਰਨੀ ਹੀ ਪੈਣੀ ਆ। ਰੋਜ਼ ਬੰਦਗੀ ਕਰਨੀ ਹੀ ਪੈਣੀ ਆ। ਰੋਜ਼ ਸਿਮਰਨ ਦਾ ਅਭਿਆਸ, ਸਿਮਰਨ ਕਰਨਾ ਹੀ ਪੈਣਾ। ਬਿਨਾਂ ਭਜਨ ਸਿਮਰਨ ਦੇ ਛੁਟਕਾਰਾ ਨਹੀਂ ਹੈਗਾ। ਇਹ ਪੱਲੇ ਬੰਨ੍ਹੋ ਆਪਣੇ ਗੱਲ। ਇਹ ਕੋੜਾ ਸੱਚ ਆ। ਸੱਚ ਦਾ ਹਮੇਸ਼ਾ ਮੁੱਲ ਆ, ਸੱਚ ਕੜਵਾ ਲੱਗਦਾ ਆ। ਜਿੰਨੇ ਮਰਜ਼ੀ ਤੁਸੀਂ ਦਾਨ ਪੁੰਨ ਕਰ ਲਓ, ਜਿੰਨੇ ਮਰਜ਼ੀ ਸੋਨਾ ਦਾਨ ਕਰ ਲਓ, ਜਿੰਨਾ ਮਰਜ਼ੀ ਚਾਂਦੀ ਦਾਨ ਕਰ ਲਓ, ਜਿੰਨੇ ਮਰਜ਼ੀ ਹੀਰੇ ਜਵਾਹਰਾਤ ਦਾਨ ਕਰ ਲਓ, ਇਹਦੇ ਨਾਲ ਤੁਹਾਡਾ ਪ੍ਰਮਾਤਮਾ ਖੁਸ਼ ਹੋਣ ਵਾਲਾ ਨਹੀਂ ਹੈਗਾ, ਰੱਬ ਖੁਸ਼ ਹੋਣ ਵਾਲਾ ਨਹੀਂ ਹੈਗਾ। ਰੱਬ ਤੁਹਾਡੀ ਇਹ ਚੀਜ਼ਾਂ ਦਾ ਭੁੱਖਾ ਨਹੀਂ ਹੈਗਾ। ਤੁਹਾਡੇ ਰੱਬ ਨੂੰ ਅਸੀਂ ਕੀ ਦੇ ਸਕਦੇ ਹਾਂ? ਉਹਦੇ ਤਾਂ ਦਿੱਤਾ ਸਭ ਕੁਛ ਆ, ਉਹਦੇ ਚੀਜ਼ ਅਸੀਂ ਉਹਨੂੰ ਦੇਈ ਜਾਂਦੇ ਹਾਂ। ਅਗਰ ਰੱਬ ਨੂੰ ਤੁਸੀਂ ਖੁਸ਼ ਕਰਨਾ ਚਾਹੁੰਦੇ ਹੋ, ਆਪਣੇ ਗੁਰੂ ਨੂੰ ਖੁਸ਼ ਦੇਖਣਾ ਚਾਹੁੰਦੇ ਹੋ, ਤਾਂ ਰੋਜ਼ ਬੰਦਗੀ ਕਰੋ, ਰੋਜ਼ ਭਗਤੀ ਕਰੋ, ਰੋਜ਼ ਸਿਮਰਨ ਕਰੋ, ਠੀਕ ਆ। ਤੁਝ ਬਿਨ ਹੋਰ ਕੀ ਮੰਗਣਾ, ਸਿਰ ਦੁੱਖਾਂ ਦੇ ਦੁੱਖ। ਤੁਝ ਬਿਨ ਹੋਰ ਕੀ ਮੰਗਣਾ, ਸਿਰ ਦੁੱਖਾਂ ਦੇ ਦੁੱਖ। ਅਗਰ ਅਸੀਂ ਪਰਮਾਤਮਾ ਨੂੰ ਛੱਡ ਕੇ ਹੋਰ ਚੀਜ਼ਾਂ ਮੰਗਦੇ ਹਾਂ, ਉਹ ਅਸੀਂ ਦੁੱਖ ਮੰਗਦੇ ਹਾਂ।
ਇੱਕ ਵਾਰ ਆਪਣੇ ਗੁਰੂ ਨੂੰ ਖੁਸ਼ ਕਰਕੇ ਦੇਖ ਲਓ, ਰੱਬ ਨੂੰ ਖੁਸ਼ ਕਰਕੇ ਦੇਖ ਲਓ, ਤੁਹਾਨੂੰ ਮੰਗਣ ਦੀ ਲੋੜ ਹੀ ਨਹੀਂ ਪੈਣੀ, ਤੁਹਾਨੂੰ ਭਿਖਾਰੀ ਬਣਨ ਦੀ ਲੋੜ ਹੀ ਨਹੀਂ ਪੈਣੀ। ਤੁਸੀਂ ਬਾਦਸ਼ਾਹ ਦੇ ਪੁੱਤਰ ਹੋ, ਬਾਦਸ਼ਾਹ ਹੋ, ਐਵੇਂ ਭਿਖਾਰੀ ਨਾ ਬਣਿਆ ਕਰੋ, ਮੰਗਤੇ ਨਾ ਮੜੀ ਆ ਦੇ ਦੇ ਆ ਦੇ ਦੇ ਆ ਦੇ ਦੇ ਆ ਦੇ ਦੇ। ਕਦੇ ਉਹਨੂੰ ਵੀ ਤਾਂ ਮੰਗ ਲਓ, ਦਾਤੇ ਨੂੰ ਮੰਗ ਲਓ, ਦਾਤੇ ਕੋਲੋਂ ਦਾਤੇ ਨੂੰ ਮੰਗ ਲਓ, ਦਾਤਾ ਨਾ ਮੰਗੋ, ਦਾਤੇ ਕੋਲੋਂ ਦਾਤਾ ਨੂੰ ਹੀ ਮੰਗ ਲਓ, ਉਸ ਪਰਮਾਤਮਾ ਨੂੰ ਹੀ ਮੰਗ ਲਓ। ਰੱਬ ਦੇ ਕੋਲੋਂ ਰੱਬ ਨੂੰ ਹੀ ਮੰਗੋ, ਗੁਰੂ ਦੇ ਕੋਲੋਂ ਗੁਰੂ ਨੂੰ ਹੀ ਮੰਗੋ। ਸੰਸਾਰ ਦੀ ਚੀਜ਼ਾਂ ਮੰਗਣ ਦੀ ਲੋੜ ਨਹੀਂ ਹੈਗੀ। ਇਹ ਇੱਕ ਗੱਲ ਯਾਦ ਰੱਖੋ ਹਮੇਸ਼ਾ, ਇਨਸਾਨ ਕਰਮਾਂ ਦੇ ਵਿੱਚ ਜਕੜਿਆ ਹੋਇਆ। ਇਹ ਧਰਤੀ ਕਰਮ ਭੂਮੀ ਹੈ। ਇਹ ਪੱਲੇ ਬੰਨੋ ਆਪਣੀ ਗੱਲ ਇਹ ਕਿ ਇਨਸਾਨ ਜਿਸ ਤਰ੍ਹਾਂ ਦੇ ਕਰਮ ਕਰੂਗਾ ਉਹਨੂੰ ਉਹ ਜਿਹਾ ਹੀ ਫਲ ਮਿਲੇਗਾ। ਅਮੀਰੀ ਗਰੀਬੀ ਤੁਹਾਡੇ ਕਰਮਾਂ ਨਾਲ ਹੀ ਤੁਹਾਨੂੰ ਮਿਲਣੀ ਹੈ, ਜਿੱਦਾਂ ਤੁਸੀਂ ਕਰਮ ਕਰਨੇ। ਠੀਕ ਹੈ, ਇਹ ਜਿੰਨੇ ਮੰਦਰ ਨੇ, ਗੁਰਦੁਆਰੇ, ਧਾਰਮਿਕ ਸਥਾਨ ਨੇ, ਇਹ ਤੁਹਾਨੂੰ ਪਰਮਾਤਮਾ ਨਾਲ ਜੋੜਨ ਵਾਸਤੇ ਨੇ, ਭਗਤੀ ਕਰਾਉਣ ਵਾਸਤੇ ਨੇ। ਇਹ ਤੁਹਾਡੀ ਸੁਖਣਾ ਪੂਰੀਆਂ ਕਰਨ ਵਾਸਤੇ ਨਹੀਂ ਹੈਗੇ, ਤੁਹਾਨੂੰ ਮੁੰਡੇ ਕੁੜੀਆਂ ਦੇਣ ਵਾਸਤੇ ਨਹੀਂ ਹੈਗੇ, ਤੁਹਾਨੂੰ ਗੱਡੀਆਂ ਕਾਰਾਂ ਦੇਣ ਵਾਸਤੇ ਨਹੀਂ ਹੈਗੇ, ਤੁਹਾਡੇ ਵਿਆਹ ਸ਼ਾਦੀਆਂ ਕਰਨ ਵਾਸਤੇ ਨਹੀਂ ਹੈਗੇ, ਤੁਹਾਡੀ ਬਿਮਾਰੀਆਂ ਦੂਰ ਕਰਨ ਵਾਸਤੇ ਨਹੀਂ ਹੈਗੇ। ਇਹ ਜੋ ਵੀ ਧਾਰਮਿਕ ਸਥਾਨ ਨੇ ਤੁਹਾਨੂੰ ਪਰਮਾਤਮਾ ਦੀ ਭਗਤੀ ਕਰਾਉਣ ਵਾਸਤੇ ਨੇ, ਪਰਮਾਤਮਾ ਦੀ ਯਾਦ ਦਿਲਾਉਣ ਵਾਸਤੇ ਨੇ, ਪਰਮਾਤਮਾ ਨੂੰ ਜੋੜਨ ਵਾਸਤੇ ਨੇ। ਭਗਤੀ ਤੁਹਾਡੀ ਸ਼ੁਰੂਆਤ ਹੈ। ਸੱਚ ਨਾਲ ਜੁੜੋ, ਸੱਚ ਦੀ ਕਦਰ ਕਰੋ, ਸੱਚ ਦਾ ਮੁੱਲ ਆ, ਝੂਠ ਨੂੰ, ਠੀਕ ਹੈ ਨਾ, ਸੱਚ ਦੀ ਕਦਰ ਕਰੋ। ਭਗਤੀ ਕਰਕੇ ਛੁਟਕਾਰਾ ਮਿਲਣਾ, ਨਾਮ ਜਪ ਕੇ ਹੀ ਛੁਟਕਾਰਾ ਮਿਲਣਾ। ਇਸ ਕਰਕੇ ਮੇਰੀ ਆਪ ਦੇ ਚਰਨਾਂ 'ਚ ਬੇਨਤੀ ਆ, ਹੱਥ ਜੋੜ ਕੇ ਬੇਨਤੀ ਆਪ ਦੇ ਚਰਨਾਂ 'ਚ ਕਿ ਵੱਧ ਤੋਂ ਵੱਧ ਸਿਮਰਨ ਕਰਿਆ ਕਰੋ। ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸੇਵਾ ਦਾ ਅਭਿਆਸ ਕਰਦੇ ਰਿਹਾ ਕਰੋ। ਅੰਮ੍ਰਿਤ ਵੇਲੇ ਸੰਭਾਲ ਕਰੋ, ਜਦੋਂ ਵੀ ਸਮਾਂ ਮਿਲੇ ਉਹਦੀ ਯਾਦ ਵਿੱਚ ਬਹਿ ਜਾਇਆ ਕਰੋ। ਲੋਕਾਂ ਦੀ ਨਿੰਦਿਆ ਚੁਗਲੀ ਨਾ ਕਰਿਆ ਕਰੋ। ਨਿੰਦਿਆ ਚੁਗਲੀ ਨਾਲ ਕਰਨ ਨਾਲੋਂ, ਇੱਧਰ ਉੱਧਰ ਦੀਆਂ ਗੱਲਾਂ ਕਰਨ ਨਾਲੋਂ ਪ੍ਰਭੂ ਦੀ ਯਾਦ ਵਿੱਚ ਬੈਠ ਜਾਇਆ ਕਰੋ। ਆਪਣਾ ਜੀਵਨ ਸਫਲ ਕਰ ਲਓ। ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ। ਜੇ ਅਸੀਂ ਨਾਮ ਨਹੀਂ ਜਪਿਆ, ਜੇ ਅਸੀਂ ਭਗਤੀ ਨਹੀਂ ਕੀਤੀ, ਬੰਦਗੀ ਨਹੀਂ ਕੀਤੀ, ਤਾਂ 84 ਲੱਖ ਤੁਹਾਡੇ ਲਈ ਹਾਜ਼ਰ ਨੇ। 84 ਲੱਖ ਜੋਨੀਆਂ ਤੁਹਾਡੇ ਵਾਸਤੇ ਨੇ। ਫੇ ਕੁੱਤੇ ਬਣੋਗੇ, ਕੀੜੇ ਮਕੋੜੇ ਬਣੋਗੇ, ਗੰਦੀ ਨਾਲੀ ਦੇ ਕੀੜੇ ਬਣੋਗੇ, ਗੰਦ ਖਾਓਗੇ ਲੋਕਾਂ ਦਾ, ਹਨਾ, ਲੋਕਾਂ ਦੇ ਡਾਂਗਾ ਖਾਓਗੇ, ਹਨਾ, ਲੋਕਾਂ ਦੇ ਛਿੱਤਰ ਖਾਓਗੇ, ਕਿੰਨਾ ਕੁਝ ਕਰਨਾ ਪੈਣਾ ਤੁਹਾਨੂੰ। ਭਗਤੀ ਕਰੋਗੇ ਤਾਂ ਇਹਨਾਂ 84 ਲੱਖ ਜੋਨੀਆਂ ਤੁਸੀਂ ਬਚ ਸਕਦੇ ਹੋ। ਭਗਤੀ ਕਰਨੀ ਹੀ ਪੈਣੀ ਹੈ। ਭਗਤੀ ਕਰੋ, ਬਸ ਰੋਜ਼ ਸਿਮਰਨ ਕਰੋ, ਰੋਜ਼ ਬੰਦਗੀ ਕਰੋ। ਜਿੰਨੇ ਵੀ ਸੰਤ, ਮਹਾਂਪੁਰਸ਼, ਪੀਰ, ਫਕੀਰ ਆਏ, ਸਾਰਿਆਂ ਨੇ ਦੋ ਹੀ ਗੱਲਾਂ ਕੀਤੀ, ਇੱਕ ਨਾਮ ਦੀ ਗੱਲ, ਇੱਕ ਗੁਰੂ ਦੀ ਗੱਲ। ਠੀਕ ਹੈ, ਜਿੰਨੇ ਵੀ ਸਾਡੇ ਧਰਮਾਂ ਦੇ ਗ੍ਰੰਥ ਨੇ, ਪਹਿਲਾਂ ਗੁਰੂ ਦੀ ਵਡਾਈ ਕੀਤੀ ਜਾਂਦੀ ਹੈ, ਦੂਜੀ ਉਹਨਾਂ ਨੇ ਨਾਮ ਦੀ ਗੱਲ ਕੀਤੀ ਹੈ, ਤੀਜੀ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ। ਪਰ ਤੁਸੀਂ ਨਾ ਗੁਰੂ ਦਾ ਕਹਿਣਾ ਮੰਨਦੇ ਹੋ ਤੇ ਨਾ ਹੀ ਤੁਸੀਂ ਸਿਮਰਨ ਕਰਦੇ ਹੋ। ਉਹਨੂੰ ਖੁਸ਼ ਕਰਨ ਦੇ ਲਈ ਐਵੇਂ ਵੱਡੇ ਵੱਡੇ ਸੋਨਾ, ਚਾਂਦੀ, ਹੈ ਨਾ, ਹੀਰੇ ਮੋਤੀ ਦਾਨ ਕਰੀ ਜਾ ਰਹੇ, ਚੜਾਈ ਜਾ ਰਹੇ। ਇਹ ਉਹਨਾਂ ਖੁਸ਼ ਹੋਣ ਵਾਲਾ ਨਹੀਂ ਹੈਗਾ। ਜੇ ਉਹਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਬੰਦ ਤੋਂ ਬਾਅਦ ਬੰਦਗੀ ਕਰੋ, ਭਗਤੀ ਕਰੋ। ਇਸ ਗੁਫਾ ਅੰਦਰ ਜੋਤ ਰੱਖ ਪਵਨ ਵਾਜਾ ਵਜਾਇਆ। ਜਿਹੜੀ ਜੋਤ ਅੰਦਰ ਰੱਖੀ ਹੋਈ ਪਰਮਾਤਮਾ ਨੇ, ਉਸ ਪਿਤਾ ਪਰਮੇਸ਼ਰ, ਉਹਦੇ ਯਾਦ, ਉਹਦੇ ਦਰਸ਼ਨ ਕਰੋ, ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ। ਫਿਰ ਮੰਨਾਂਗੇ ਤੁਸੀਂ ਗੁਰੂ ਨਾਲ ਪ੍ਰੇਮ ਕਰਦੇ ਹੋ, ਗੁਰੂ ਦਾ ਕਹਿਣਾ ਮੰਨਿਆ। ਇੱਥੇ ਉਸ ਜੋਤ ਦੇ, ਉਸ ਪ੍ਰਕਾਸ਼ ਦੇ ਦਰਸ਼ਨ ਕਰੋ ਆਪਣੇ ਅੰਤਰ ਵਿੱਚ। ਅਨਹਦ ਵਾਜੇ, ਜਿਹੜੇ ਅਨਹਦ ਵਾਜੇ ਵੱਜਦੇ ਪਏ ਆ, ਹਨਾ, ਜਿਹੜੇ ਬਾਅਦ ਜਿਹਦਾ ਡੀਜੇ ਸੁਣਦੇ ਆ ਆਪਾਂ, ਤਰ੍ਹਾਂ ਤਰ੍ਹਾਂ ਦੇ ਸੁਣਦੇ ਆ ਨਾ, ਇਹ ਅੰਦਰ ਸਾਡੇ ਅਨਹਦ ਵਾਜੇ ਵੱਜਦੇ ਪਿਆ। ਉਹ ਵਾਜਿਆਂ ਦੀ ਪੁਕਾਰ ਸੁਣੋ, ਉਹਦੀ ਆਵਾਜ਼ ਸੁਣੋ, ਉਹਦੀ, ਉਹਨਾਂ ਦਾ ਕੋਈ ਮਹੱਤਵ ਆ, ਕੋਈ ਮਕਸਦ ਆ ਉਹਨਾਂ ਨੂੰ। ਅਸੀਂ ਅੰਦਰ ਸੁਣਨ ਦੀ ਬਜਾਏ, ਅੰਦਰ ਸ਼ਬਦ ਸੁਣਨ ਦੀ ਬਜਾਏ ਅਸੀਂ ਬਾਹਰ ਹੀ ਸੁਣੀ ਜਾ ਰਹੇ ਹਾਂ। ਠੀਕ ਆ, ਬਾਹਰ ਸੁਣਨਾ ਅੱਛੀ ਗੱਲ ਆ, ਪਰ ਅਸਲੀ ਬਾਹਰੋਂ ਭਗਤੀ ਸਾਡੀ ਸ਼ੁਰੂਆਤ ਆ, ਅੰਦਰ ਤਾਂ ਉਹ ਜੋ ਬ੍ਰਹਮੰਡੇ ਸੋਈ ਪਿੰਡੇ ਬਾਹਰ ਪਰਮ ਪਲਾਇਆ, ਹਨਾ, ਜੋ ਬ੍ਰਹਮੰਡੇ ਸੋਈ ਪਿੰਡੇ ਖੋਜੇ ਸੋ ਪਾਵੇ, ਹਨਾ। ਜੋ ਅਸੀਂ ਬਾਹਰ ਸੁਣਦੇ ਆ ਇਹ ਸਾਡੇ ਅੰਤਰ ਵਿੱਚ ਆ, ਜੋ ਅਸੀਂ ਬਾਹਰ ਦੇਖਦੇ ਆ ਇਹ ਸਾਡੇ ਅੰਤਰ ਵਿੱਚ ਆ। ਇੱਕ ਵਾਰ ਅੰਦਰ ਆ ਕੇ ਤਾਂ ਦੇਖੋ, ਤੁਹਾਡੇ ਸਾਰੇ ਸਵਾਲ ਖਤਮ ਹੋ ਜਾਣੇ ਆ। ਤੁਹਾਡੇ ਮਨਾਂ ਦੇ ਵਿੱਚ ਹਜੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਇਹੀ ਨਹੀਂ ਜਾਂਦੇ ਪਏ ਤੁਹਾਡੇ। ਪਹਿਲਾਂ ਹਿੰਦੂ, ਮੁਸਲਮਾਨ, ਸਿੱਖ, ਈਸਾਈ ਬਣਨ ਤੋਂ ਪਹਿਲਾਂ ਇੱਕ ਚੰਗੇ ਇਨਸਾਨ ਤਾਂ ਬਣੋ, ਚੰਗੇ ਬੰਦੇ ਤਾਂ ਬਣੋ। ਇੱਕ ਦੂਜੇ ਨਾਲ ਪ੍ਰੇਮ ਤਾਂ ਕਰੋ, ਉਹਦੀ ਕੁਦਰਤ ਨਾਲ ਪ੍ਰੇਮ ਕਰੋ, ਉਹਦੀ ਕੁਦਰਤ ਦੀ ਸੰਭਾਲ ਕਰੋ, ਰੋਜ਼ ਸਿਮਰਨ ਕਰੋ, ਰੋਜ਼ ਬੰਦਗੀ ਕਰੋ। ਜਿਹੜਾ ਕੰਮ ਕਰਨਾ ਸੀ ਉਹ ਕੰਮ ਨਹੀਂ ਕਰਦੇ। ਅਸੀਂ ਹਿੰਦੂ, ਮੁਸਲਮਾਨ, ਸਿੱਖ, ਈਸਾਈ ਇਹੀ ਮਸਲਿਆਂ 'ਚ ਫਸੇ ਹੋਏ ਆ।
ਸਾਡੇ ਆਉਣ ਦਾ ਰਸਤਾ ਉਹੀ ਆ, ਸਾਡੇ ਜਾਣ ਦਾ ਰਸਤਾ ਉਹੀ ਆ। ਹਰ ਇਨਸਾਨ ਜਨਮ ਉੱਦਾਂ ਹੀ ਲੈ ਰਿਹਾ ਔਰ ਮਰਦਾ ਵੀ ਉੱਦਾਂ ਹੀ ਆ। ਆਉਣ ਦਾ ਰਸਤਾ ਉਹੀ ਆ, ਜਾਣ ਦਾ ਰਸਤਾ ਉਹੀ ਆ। ਫਿਰ ਕਿਉਂ ਅਸੀਂ ਫਰਕ ਕਰਦੇ ਪਏ ਆ? ਸਾਡਾ ਖੂਨ ਵੀ ਲਾਲ ਆ, ਹਿੰਦੂ ਦਾ ਖੂਨ ਲਾਲ ਆ, ਮੁਸਲਮਾਨ ਦਾ ਖੂਨ ਲਾਲ ਆ, ਸਿੱਖ ਦਾ ਖੂਨ ਲਾਲ ਆ, ਈਸਾਈ ਦਾ ਖੂਨ ਲਾਲ ਆ। ਹੈ ਕੋਈ ਫਰਕ ਨਹੀਂ ਪ੍ਰਮਾਤਮਾ ਨੇ ਕੀਤਾ, ਫਿਰ ਤੁਸੀਂ ਕਿਉਂ ਫਰਕ ਕਰਦੇ ਹੋ? ਠੀਕ ਆ ਨਾ। ਪਰਮਾਤਮਾ ਨੇ ਸਭ ਨੂੰ 2 ਅੱਖਾਂ ਦਿੱਤੀਆਂ, 2 ਹੱਥ ਦਿੱਤੇ ਆ, 2 ਪੈਰ ਦਿੱਤੇ ਆ, 9 ਦਰਵਾਜ਼ੇ ਸਭ ਨੂੰ ਦਿੱਤੇ ਆ, 10ਵਾਂ ਦਰਵਾਜ਼ਾ ਵੀ ਦਿੱਤਾ ਸਭ ਨੂੰ। ਇਹ ਸਰੀਰ ਇੱਕੋ ਜਿਹਾ ਸਭ ਦਾ ਬਣਾਇਆ ਹੋਇਆ। ਪਰਮਾਤਮਾ ਤਾਂ ਫਰਕ ਕੀਤਾ ਨਹੀਂ, ਫਿਰ ਤੁਸੀਂ ਫਰਕ ਕਿਉਂ ਕਰਦੇ ਹੋ? ਫਿਰ ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋਏ ਆ? ਸੂਰਜ ਨਿਕਲਦਾ ਪਿਆ ਰੋਜ਼ ਆਪਣੇ ਟਾਈਮ ਨਾਲ ਡੁੱਬਦਾ, ਰੋਜ਼ ਚੜ੍ਹਦਾ ਸੂਰਜ। ਉਹ ਨਹੀਂ ਫਰਕ ਕਰਦਾ, ਉਹ ਨਹੀਂ ਕਹਿੰਦਾ ਮੈਂ ਹਿੰਦੂ ਨੂੰ ਦੇਣਾ ਜਾਂ ਸਿੱਖ ਨੂੰ ਦੇਣਾ ਜਾਂ ਈਸਾਈ ਨੂੰ ਨਹੀਂ ਦੇਣਾ ਜਾਂ ਮੁਸਲਮਾਨ ਨੂੰ ਦੇਣਾ। ਸੂਰਜ ਤਾਂ ਸਭ ਨੂੰ ਪ੍ਰਕਾਸ਼ ਦੇ ਰਿਹਾ, ਉਹਨੇ ਤਾਂ ਫਰਕ ਕੀਤਾ ਨਹੀਂ, ਫਿਰ ਤੁਸੀਂ ਫਰਕ ਕਿਉਂ ਕਰਦੇ ਹੋ? ਕੁਦਰਤ ਨੇ ਫਰਕ ਨਹੀਂ ਕੀਤਾ, ਤੁਸੀਂ ਕੁਦਰਤ ਨਾਲ ਕਿਉਂ ਫਰਕ ਕਰਦੇ ਹੋ? ਸੂਰਜ ਨੇ ਤੁਹਾਨੂੰ ਕਦੇ ਨਹੀਂ ਫਰਕ ਕੀਤਾ, ਰੋਜ਼ ਚੜ੍ਹਦਾ ਰੋਜ਼ ਡੁੱਬਦਾ, ਤੁਹਾਨੂੰ ਪ੍ਰਕਾਸ਼ ਬਰਾਬਰ ਦਾ ਸਭ ਨੂੰ ਦੇ ਰਿਹਾ, ਸਾਰੇ ਧਰਮਾਂ ਨੂੰ ਬਰਾਬਰ ਦਾ ਪ੍ਰਕਾਸ਼ ਦੇ ਰਿਹਾ। ਉਹ ਨਹੀਂ ਫਰਕ ਕਰਦਾ, ਤੁਸੀਂ ਕਿਉਂ ਫਰਕ ਕਰਦੇ ਪਏ ਹੋ? ਪਾਣੀ ਆ, ਜਲ ਦੇਵਤਾ ਆ, ਹਨਾ, ਪਾਣੀ ਸਾਡਾ ਪਿਤਾ ਆ, ਉਹਨੇ ਨਹੀਂ ਫਰਕ ਕੀਤਾ। ਉਹ ਹਿੰਦੂ ਨੂੰ ਵੀ ਉਧਰ ਦੇ ਰਿਹਾ, ਮੁਸਲਮਾਨ ਨੂੰ ਦੇ ਰਿਹਾ, ਸਿੱਖ ਨੂੰ, ਈਸਾਈ ਨੂੰ ਦੇ ਰਿਹਾ। ਪਾਣੀ ਨਹੀਂ ਫਰਕ ਕਰਦਾ ਪਿਆ, ਜਲ ਨਹੀਂ ਫਰਕ ਕਰਦਾ, ਤੁਸੀਂ ਫਰਕ ਕਿਉਂ ਕਰਦੇ ਪਏ ਹੋ? ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋਏ ਆ? ਹਵਾ ਚੱਲਦੀ ਪਈ ਆ, ਪਵਨ, ਹਵਾ ਚੱਲਦੀ ਰੋਜ਼, ਇਹ ਨਹੀਂ ਫਰਕ ਕਰਦੀ ਪਈ, ਫਿਰ ਤੁਸੀਂ ਫਰਕ ਕਿਉਂ ਕਰਦੇ ਹੋ? ਅਗਨੀ ਲੈ ਲਓ, ਅਗਨੀ ਨਹੀਂ ਫਰਕ ਕਰਦੀ। ਉਹ ਨਹੀਂ ਕਹਿੰਦੀ ਮੈਂ ਤੁਹਾਨੂੰ ਜਲਾਣਾ ਨਹੀਂ ਹੈਗਾ, ਉਹ ਨਹੀਂ ਕਹਿੰਦੀ ਮੈਂ ਜਲਾਣ ਨਹੀਂ ਦੇਣਾ। ਜਿਹੜਾ ਮਰਜੀ ਅਗਲੀ ਜਲਾ ਸਕਦਾ ਸਭ ਕੁਝ, ਉਹ ਨਹੀਂ ਫਰਕ ਕਰਦੀ, ਅਗਨੀ ਨਹੀਂ ਫਰਕ ਕਰਦੀ। ਤੁਸੀਂ ਕਿਉਂ ਫਰਕ ਕਰਦੇ ਹੋ? ਆਕਾਸ਼ ਨਹੀਂ ਫਰਕ ਕਰਦਾ ਪਿਆ, ਉਹ ਸਭ ਨੂੰ ਛੱਤ ਦਿੱਤੀ ਹੋਈ ਹੈ ਉਸਨੇ, ਸਾਰੇ ਧਰਮਾਂ ਨੂੰ ਬਰਾਬਰ ਛੱਤ ਦੇ ਰਿਹਾ। ਉਹ ਨੀਲਾ ਆਕਾਸ਼ ਆ, ਉਹ ਨਹੀਂ ਫਰਕ ਕਰ ਰਿਹਾ, ਤੁਸੀਂ ਕਿਉਂ ਫਰਕ ਕਰਦੇ ਪਏ ਹੋ? ਕਿਉਂਕਿ ਤੁਸੀਂ ਆਪਣੀ ਸੋਚ ਨੂੰ ਛੋਟੀ ਕਰ ਲਿਆ। ਤੁਹਾਨੂੰ ਪਰਮਾਤਮਾ ਨੇ ਬਾਦਸ਼ਾਹ ਬਣਾਇਆ, ਤੁਸੀਂ ਭਿਖਾਰੀ ਬਣ ਕੇ ਰਹਿ ਗਏ, ਆਪਣੇ ਤੱਕ ਸੀਮਿਤ ਰਹਿ ਗਏ। ਆ ਵੀ ਇਕੱਠਾ ਕਰ ਲਵਾਂ, ਆ ਵੀ ਇਕੱਠਾ ਕਰ ਲਵਾਂ, ਉਹ ਵੀ ਇਕੱਠਾ ਕਰ ਲਵਾਂ, ਆ ਵੀ ਲੈ ਲਵਾਂ, ਇੰਨਾ ਪੈਸਾ ਇਕੱਠਾ ਕਰ ਲ, ਕਰੋੜਾ 2 ਕਰੋੜ 10 ਕਰੋੜ 20 ਕਰੋੜ, ਹੈ ਨਾ, ਆ ਵੀ ਇਕੱਠਾ ਕਰ ਲੈ, ਇੰਨੇ ਘਰ ਬਣ ਜਾਣ, ਇੰਨੇ ਕੋਠੀਆਂ ਵਿੱਚ ਇੰਨੇ ਕਾਰਾਂ ਹੋ ਜਾਣ। ਜੋ ਇਕੱਠਾ ਕਰਨ ਉਹ ਨਹੀਂ ਕਰਦੇ ਵੇ, ਜੋ ਨਹੀਂ ਨਾਲ ਜਾਣਾ ਉਹ ਇਕੱਠਾ ਕਰੀ ਜਾ ਰਹੇ। ਅੰਤ ਵੇਲੇ ਇੱਥੇ ਛੱਡ ਕੇ ਜਾਣਾ ਪੈਣਾ, ਖਾਲੀ ਹੱਥ ਜਾਣਾ, ਤੁਹਾਡੇ ਕਫਨ ਨੂੰ ਵੀ ਜੇਬ ਨਹੀਂ ਹੋਣੀ ਆ। ਫਿਰ ਤੁਸੀਂ ਕੀ ਇਕੱਠਾ ਕਰੀ ਜਾ ਰਹੇ ਹੋ? ਫਿਰ ਬੁਢਾਪੇ 'ਚ ਪਛਤਾਨੇ ਆ, ਹਾਏ ਰੱਬਾ ਮੈਨੂੰ ਚੱਕ ਲਾ ਮੈਨੂੰ, ਹੈ ਨਾ। ਪਛਤਾਉਂਦਾ ਉਦੋਂ ਮੌਤ ਨਜ਼ਰ ਆਉਂਦੀ ਆ, ਫਿਰ ਹਾਏ ਰੱਬਾ ਸਿਮਰਨ ਕਰਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਰਾਮ। ਉਦੋਂ ਤੁਹਾਨੂੰ ਰਾਮ ਯਾਦ ਆਉਂਦਾ, ਵਾਹਿਗੁਰੂ ਯਾਦ ਆਉਂਦਾ। ਜਵਾਨੀ ਵਿੱਚ ਤੁਸੀਂ ਭੁੱਲ ਜਾਂਦੇ ਹੋ ਉਸ ਨੂੰ। ਜਿੰਨੇ ਵੀ ਸੰਤ ਮਹਾਂਪੁਰਸ਼ ਬਣੇ ਨੇ, ਰਿਸ਼ੀ ਮੁਨੀ ਨੇ, ਸੰਨਿਆਸੀ ਨੇ, ਯੋਗੀ ਨੇ, ਉਹਨੇ ਬਚਪਨ ਤਪੱਸਿਆ ਕੀਤੀ ਆ, ਬਚਪਨ ਵਿੱਚ ਭਗਤੀਆਂ ਕੀਤੀਆਂ, ਜਵਾਨੀ ਵਿੱਚ ਭਗਤੀਆਂ ਕੀਤੀਆਂ। ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਭਗਤੀ ਕਰਨ ਦੇ ਲਈ ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰਿਆ ਕਰੋ। ਅੱਜ ਦਾ ਕੰਮ ਅੱਜ ਹੀ ਕਰੋ, ਕਰਨਾ ਕਰੋ, ਕੱਲ ਦਾ ਕਿਵੇਂ ਭਰੋਸਾ? ਪਲ ਦਾ ਭਰੋਸਾ ਨਹੀਂ ਹੈ, ਘੜੀ ਦਾ ਭਰੋਸਾ ਨਹੀਂ, ਸਕਿੰਟਾਂ ਦਾ ਭਰੋਸਾ ਨਹੀਂ ਹੈਗਾ। ਤੁਸੀਂ ਸਦਾ ਕਿੰਨੀਆਂ ਪਲਾਨਿੰਗਾਂ ਕਰਕੇ ਬੈਠੇ ਹੋ, ਕੱਲ ਇਹ ਕਰਨਾ, ਪਰਸੋਂ ਆ ਕਰਨਾ, ਆਹ ਕਰਨਾ, ਉਹ ਕਰਨਾ। ਪਰਮਾਤਮਾ ਦੀ ਪਲਾਨਿੰਗ ਦਾ ਪਤਾ, ਰੱਬ ਦੀ ਪਲਾਨਿੰਗ ਦਾ ਪਤਾ ਕੀ ਪਤਾ? ਪਲ ਵਾਰ ਘੜੀ ਸਾਹ ਅੰਦਰ ਗਿਆ, ਪਤਾ ਨਹੀਂ ਬਾਹਰ ਆਣਾ ਕਿ ਨਹੀਂ ਆਣਾ, ਕੋਈ ਪਤਾ ਨਹੀਂ ਹੈ, ਕੋਈ ਗਰੰਟੀ ਨਹੀਂ ਹੈਗੀ। ਕਦੋਂ ਹਵਾ ਨਿਕਲ ਜਾਣੀ ਇਸ ਸਰੀਰ ਦੀ, ਕੋਈ ਗਰੰਟੀ ਨਹੀਂ ਹੈਗੀ। ਤੁਸੀਂ ਪਤਾ ਕਿੰਨੇ ਜਨਮਾਂ ਦਾ ਹਿਸਾਬ ਲਈ ਬੈਠੇ ਹੋ। ਆਪਣੇ ਨੂੰ ਧੋਖਾ ਨਾ ਦਿਓ, ਆਪਣਾ ਸਮੇਂ ਨਾ ਖਰਾਬ ਕਰੋ, ਠੀਕ ਹੈ। ਮੇਰੀ ਆਪ ਦੇ ਚਰਨ ਇਹੀ ਬੇਨਤੀ ਆ, ਠੀਕ ਹੈ ਨਾ। ਪਰਮਾਤਮਾ ਨੇ ਹਰ ਇਨਸਾਨ ਨੂੰ ਹਰ ਚੀਜ਼ ਇੱਕ ਬਰਾਬਰ ਦਿੱਤੀ ਆ। ਪਰਮਾਤਮਾ ਨੇ ਕਦੇ ਕਿਸੇ ਨਾਲ ਫਰਕ ਨਹੀਂ ਕੀਤਾ, ਤੇ ਤੁਸੀਂ ਵੀ ਫਰਕ ਨਾ ਕਰਿਆ ਕਰੋ। ਇੱਕ ਦੂਜੇ ਨਾਲ ਪ੍ਰੇਮ ਕਰੋ, ਇਨ ਕੁਦਰਤ ਦੀ ਸੰਭਾਲ ਕਰੋ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਹਨਾਂ ਠੀਕ ਹੈ ਨਾ, ਇਹਨਾਂ ਪੰਜਾਂ ਤੱਤਾਂ ਦੀ ਸੰਭਾਲ ਕਰੋ, ਇਹਨਾਂ ਨੂੰ ਖਰਾਬ ਨਾ ਕਰੋ। ਤੁਹਾਡੇ ਵਿਨਾਸ਼ ਦਾ ਕਾਰਨ ਵੀ ਇਹੀ ਬਣਨਾ ਹੈ, ਠੀਕ ਹੈ ਨਾ। ਹਜੇ ਵੀ ਸਮਾਂ ਹੈਗਾ, ਬਚਾ ਲਓ, ਬਚਾ ਸਕਦੇ ਹੋ। ਤੇ ਜਦੋਂ ਪਾਣੀ ਧਰਤੀ ਖਤਮ ਹੋ ਗਿਆ ਨਾ, ਤਾਂ ਪਾਣੀ ਕੋਈ ਇਹੋ ਜਿਹੀ ਚੀਜ਼ ਨਹੀਂ ਕਿ ਬਣਾ ਸਕੀਏ ਆਪਾਂ। ਪਾਣੀ ਦੀ ਸੰਭਾਲ ਕਰ ਲਓ, ਇਹਨਾਂ ਰੁੱਖਾਂ ਦੀ ਸੰਭਾਲ ਕਰ ਲਓ ਸਾਹ ਲੈਣ ਦੇ ਲਈ, ਠੀਕ ਆ। ਫਿਰ ਸਾਹ ਲਓਗੇ ਔਖੇ, ਫਿਰ ਆਕਸੀਜਨ ਦੀ ਲੋੜ ਪੈਣੀ ਆ। ਫਿਰ ਪਰਮਾਤਮਾ ਨੇ ਫਰੀ ਦਿੱਤਾ, ਪਾਣੀ ਫਰੀ ਦਿੱਤਾ ਆ, ਹਵਾ ਫਰੀ ਦਿੱਤੀ ਆ, ਠੀਕ ਹੈ। ਇਹਦੀ ਕਦਰ ਕਰਿਆ ਕਰੋ, ਤੁਹਾਡਾ ਹੀ ਫਾਇਦਾ ਆ।
ਮੇਰੀ ਆਪਦੇ ਚਰਨਾਂ 'ਚ ਬੇਨਤੀ ਆ ਕਿ ਸੇਵਾ, ਸਿਮਰਨ, ਸਤਸੰਗ ਇਹ ਤਿੰਨ ਗੁਣ ਹਮੇਸ਼ਾ ਯਾਦ ਰੱਖਿਆ ਕਰੋ। ਇਹ ਰੰਗ ਤਿੰਨੇ ਆਪਣੀ ਜ਼ਿੰਦਗੀ ਵਿੱਚ ਭਰੋ। ਠੀਕ ਹੈ, ਸੇਵਾ ਕਰਿਆ ਕਰੋ, ਜਿੱਥੇ ਮੌਕਾ ਮਿਲੇ ਇੱਕ ਦੂਜੀ ਸਹਾਇਤਾ ਕਰੋ, ਇੱਕ ਦੂਜੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰੋ, ਇੱਕ ਦੂਜੀ ਹੈਲਪ ਕਰੋ। ਠੀਕ ਹੈ, ਦੂਜੀ ਸਿਮਰਨ, ਵੱਧ ਤੋਂ ਵੱਧ ਚੱਲਦੇ ਫਿਰਦੇ, ਉੱਠਦੇ, ਬਹਿੰਦੇ, ਸੌਂਦੇ, ਜਾਗਦੇ, ਨਹਾਉਂਦੇ, ਧੋਂਦੇ ਹਰ ਟਾਈਪ ਦਾ ਸਿਮਰਨ ਕਰਦੇ ਰਹੋ। ਔਰ ਸਤਸੰਗ, ਜਦੋਂ ਵੀ ਕਿਤੇ ਕਥਾ ਹੁੰਦੀ ਆ, ਕਿਤੇ ਸਤਸੰਗ ਹੁੰਦਾ ਹੈ ਨਾ, ਕਿਤੇ ਆਲੇ ਦੁਆਲੇ ਤੁਹਾਡੇ ਮੰਦਿਰ ਦੇ ਵਿੱਚ ਜਾਂ ਗੁਰਦੁਆਰੇ ਵਿੱਚ ਜਾਂ ਕਿਸੇ ਘਰ ਦੇ ਵਿੱਚ ਸਮਾਗਮ ਹੁੰਦਾ, ਤਾਂ ਆਪਣੇ ਸਮੇਂ ਵਿੱਚ ਸਮਾਂ ਕੱਢ ਕੇ ਉੱਥੇ ਜ਼ਰੂਰ ਪਹੁੰਚਿਆ ਕਰੋ। ਠੀਕ ਹੈ, ਤੁਹਾਡਾ ਬੜੀ ਸੰਗਤ ਕਰਨ ਨਾਲ ਹੀ ਰੰਗਤ ਮਿਲਦੀ ਹੈ। ਠੀਕ ਹੈ ਨਾ, ਸੰਗਤ ਕਰਾਂਗੇ ਤਾਂ ਰੰਗ ਚੜ੍ਹੇਗਾ ਆਪਣੇ ਆਪ। ਤੇ ਸੋ ਮੈਂ ਆਪਦੀ ਇਹੀ ਚਰਨਾਂ 'ਚ ਬੇਨਤੀ ਆ ਕਿ ਆਪਣੇ ਜੀਵਨ ਦੀ ਇਸ ਮਨੁੱਖੀ ਚੋਲੇ ਦੀ ਕਦਰ ਕਰੋ। ਆਪਣੇ 24,000 ਸਵਾਸ ਰੋਜ਼ ਦੇ ਖਰਾਬ ਹੋ ਰਹੇ ਨੇ, ਇਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ। ਇਹਨਾਂ ਨੂੰ ਲੋਕਾਂ ਦੀ ਨਿੰਦਿਆ, ਚੁਗਲੀ 'ਚ, ਲੜਾਈ ਝਗੜਿਆਂ 'ਚ ਇਸ ਨੂੰ ਖਰਾਬ ਨਾ ਕਰੋ। ਆਪਣੇ ਇਸ ਜੀਵਨ ਦੀ ਕਦਰ ਕਰੋ, ਇਹਨਾਂ ਸਵਾਸਾਂ ਦੀ ਕਦਰ ਕਰੋ। ਠੀਕ ਹੈ, ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਹੋ। ਠੀਕ ਹੈ, ਸਾਰੇ ਦੁੱਖਾਂ ਦੀ ਦਵਾਈ ਸਿਮਰਨ ਹੈ। ਤੁਹਾਡੇ ਹਰ ਸਵਾਲ ਦਾ ਜਵਾਬ ਸਿਮਰਨ ਵਿੱਚ ਹੈ। ਤੁਸੀਂ ਆਪਣੀ ਡਿਊਟੀ ਸਮਝ ਕੇ ਰੋਜ਼ ਸਿਮਰਨ ਕਰਦੇ ਰਹੋ। ਬਿਨਾਂ ਭਗਤੀ ਤੋਂ, ਬਿਨਾਂ ਬੰਦਗੀ ਤੋਂ ਛੁਟਕਾਰਾ ਨਹੀਂ ਮਿਲਣਾ। ਠੀਕ ਹੈ, ਬਿਨਾਂ ਭਗਤੀ ਤੋਂ, ਬਿਨਾਂ ਬੰਦਗੀ ਤੋਂ ਤੁਹਾਨੂੰ ਛੁਟਕਾਰਾ ਨਹੀਂ ਮਿਲਣ ਵਾਲਾ। ਭਗਤੀ ਕਰਕੇ ਹੀ ਪ੍ਰਮਾਤਮਾ ਮਿਲਣਾ ਆ। ਭਗਤੀ ਕਰਕੇ ਹੀ ਰੱਬ ਤੱਕ ਪਹੁੰਚੋਗੇ। ਭਗਤੀ ਕਰਕੇ ਸਦਾ ਸਦਾ ਆਨੰਦ ਮਿਲੇਗਾ। ਭਗਤੀ ਕਰਕੇ ਹੀ ਸਦਾ ਸਦਾ ਸੁੱਖ ਮਿਲੇਗਾ। ਬਿਨਾਂ ਭਗਤੀ ਤੋਂ, ਬਿਨਾਂ ਨਾਮ ਸਿਮਰਨ ਦੀ ਕਮਾਈ ਤੋਂ ਤੁਸੀਂ ਸਦਾ ਸਦਾ ਸੁੱਖ ਨਹੀਂ ਪ੍ਰਾਪਤ ਕਰ ਸਕਦੇ, ਉਸ ਰੱਬ ਤੱਕ ਨਹੀਂ ਪਹੁੰਚ ਸਕਦੇ। ਠੀਕ ਹੈ ਨਾ, ਇਹ ਗੱਲ ਆਪਣੇ ਪੱਲੇ ਬੰਨ੍ਹ ਲਓ। ਬਸ ਮੈਂ ਇਹੀ ਉਮੀਦ ਕਰਦਾ ਆਪ ਜੀ ਕੋ ਕਿ ਆਪ ਸਿਮਰਨ ਕਰੋਗੇ, ਰੋਜ਼ ਬੰਦਗੀ ਕਰੋਗੇ। ਦਾਸ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ। ਜੇ ਵਿਚਾਰ ਮੇਰੇ ਅੱਛੇ ਲੱਗੇ ਹੋਣ ਤਾਂ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਆ, ਹੈ ਨਾ, ਆਪਣਾ ਜੁਦਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰਨੀ ਆ, ਇਹਨਾਂ 'ਤੇ ਅਮਲ ਕਰਨਾ। ਜੇ ਕੋਈ ਮੈਨੂੰ ਬੋਲਣ ਵਿੱਚ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਆਪਣੀ ਚਰਨਾਂ ਦੀ ਧੂੜ ਸਮਝ ਕੇ, ਆਪਣਾ ਛੋਟਾ ਬੇਟਾ ਸਮਝ ਕੇ, ਪੁੱਤਰ ਸਮਝ ਕੇ, ਹੈ ਨਾ, ਛੋਟਾ ਵੀਰ ਸਮਝ ਕੇ ਦਾਸ ਨੂੰ ਮਾਫ ਕਰ ਦੇਣਾ। ਠੀਕ ਹੈ, ਮੈਂ ਉਮੀਦ ਕਰਦਾ ਤੁਸੀਂ ਰੋਜ਼ ਬੰਦਗੀ ਕਰੋਗੇ, ਰੋਜ਼ ਭਗਤੀ ਕਰੋਗੇ। ਜੈ ਲਖ ਦਾਤਾ ਪੀਰ ਦੀ, ਮੌਜ ਫਕੀਰ ਦੀ।